ਹੈਲੋ एवरीवन वेलकम टू स्टडी रहस्य। ਅੱਜ ਕਰ ਰਹੇ ਆਪਾਂ ਪੰਜਾਬ ਪਟਵਾਰੀ ਦਾ ਜੋ ਲਾਸਟ ਟਾਈਮ ਐਗਜ਼ਾਮ ਹੋਇਆ ਸੀ, ਪੇਪਰ ਕੰਡਕਟ ਹੋਇਆ ਸੀ, ਪੰਜਾਬ ਸਰਕਾਰ ਨੇ ਕੀਤਾ ਸੀਗਾ। ਇਹ ਵਾਲਾ ਪੇਪਰ ਐਕਚੁਅਲੀ 24 ਜਨਵਰੀ 2016 ਨੂੰ ਹੋਇਆ ਸੀਗਾ। ਉਸ ਸਾਲ 2016 ਦੇ ਵਿੱਚ ਦੋ ਪੇਪਰ ਹੋਏ ਸੀ ਪਟਵਾਰੀ ਦੇ। ਜਿਹੜਾ ਇਹ ਵਾਲਾ ਪੇਪਰ ਹੈਗਾ ਇਹ ਫਸਟ ਟਾਈਮ ਹੋਇਆ ਸੀ ਪਹਿਲਾਂ 24 ਜਨਵਰੀ 2016 ਨੂੰ। ਉਸ ਟਾਈਮ ਤੇ ਪੇਪਰ ਵਾਲਾ ਲੀਕ ਹੋ ਗਿਆ ਸੀਗਾ, ਤਾਂ ਕਰਕੇ ਇਹ ਵਾਲਾ ਸਰਕਾਰ ਨੇ ਪੇਪਰ ਹੈਗਾ ਨਵੰਬਰ ਦੇ ਵਿੱਚ 2016 ਨਵੰਬਰ ਦੇ ਵਿੱਚ ਦੁਬਾਰਾ ਫਿਰ ਕੰਡਕਟ ਹੋਇਆ ਸੀਗਾ। ਤਾਂ ਜੋ ਮਤਲਬ ਮੈਰਿਟ ਹੈਗੀ ਉਸ ਬੇਸ ਦੇ ਉੱਤੇ ਬਣੀ ਸੀਗੀ। ਤਾਂ ਇਹ ਵਾਲਾ ਪੇਪਰ ਵੀ ਉਸ ਟਾਈਮ ਹੋਇਆ ਸੀਗਾ, ਬਟ ਆਪਾਂ ਥੋੜਾ ਜਿਹਾ ਪੈਟਰਨ ਇਹਦਾ ਵੀ ਦੇਖਾਂਗੇ ਤੇ ਤੁਸੀਂ ਇਸ ਨੂੰ ਸਾਰਾ ਪੇਪਰ ਸਮਝ ਸਕਦੇ ਹੋ। ਪੇਪਰ ਦਾ ਪੈਟਰਨ ਕਿਦਾਂ ਦਾ ਸੀ, ਕੀ ਕੁਝ ਆਇਆ ਸੀਗਾ, ਸਾਰਾ ਦੇਖ ਸਕਦੇ ਹੋਗੇ ਔਰ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਵੀ ਕਰ ਸਕਦੇ ਹੋਗੇ। ਅਗਰ ਕਿਸੇ ਦੇ ਕੋਲੇ ਨਵੰਬਰ ਵਾਲਾ ਜੋ ਨਵੰਬਰ ਦੇ ਵਿੱਚ ਪੇਪਰ ਹੋਇਆ ਸੀਗਾ ਪਟਵਾਰੀ ਦੇ 2016 ਦੇ ਵਿੱਚ, ਅਗਰ ਕਿਸੇ ਪਾਸ ਪੇਪਰ ਹੈ ਤਾਂ ਅਗਰ ਤੁਹਾਡੇ ਪਾਸ ਹੈ ਤਾਂ ਮੈਨੂੰ ਤੁਸੀਂ ਸੈਂਡ ਕਰ ਸਕਦੇ ਹੋਗੇ studyrahasia@gmail.com ਦੇ ਉੱਪਰ, ਕਿਉਂਕਿ ਮੇਰੇ ਪਾਸ ਉਹ ਪੇਪਰ ਨਹੀਂ ਹੈ। ਅਗਰ ਮੇਰੇ ਪਾਸ ਆ ਗਿਆ ਤਾਂ ਮੈਂ ਉਸ ਦੀ ਵੀਡੀਓ ਵੀ ਬਣਾ ਕੇ ਅਪਲੋਡ ਕਰ ਦਾਂਗੀ, ਠੀਕ ਹੈ। ਅਗਰ ਤੁਹਾਡੇ ਪਾਸ ਹੋਰ ਵੀ ਕੋਈ ਵੀ ਪੇਪਰ ਹੈ, ठीक है, तो तुसी उसके ऊपर मेंशन कर देना भी वो केड़ा पेपर है, कदों होया सीगा, तो तुसी वो भी सेंड कर देना। मैं कोशिश करूंगी उसनू भी बना के वीडियो मतलब अपलोड कर दा उसदी भी। अगर है तो प्लीज सेंड कर देना, ठीक है, studyrahasia@gmail.com दे ऊपर। ते ए वाला पेपर हैगा सी अपना ए सीरीज ए वाला हैगा आंसर की, ठीक है, मतलब जो सीरीज आंदा पेपर A B C D 4 तरह दा हुंदागा। क्वेश्चन अगे पिछे हुंदे नेगे। पेपर होया सीगा 24 जनवरी 2016 नू हैगा पटवारी दा। ਤੇ ਇਹਦਾ ਪੇਪਰ ਦੇ ਵਿੱਚ ਕੀ ਕੁਝ ਆਇਆ ਸੀਗਾ? ਜਨਰਲ ਨੌਲੇਜ, ਮੈਂਟਲ ਐਬਿਲਿਟੀ, ਅਰਿਥਮੈਟਿਕ ਸਕਿੱਲਸ, ਮੈਂਸੂਰੇਸ਼ਨ, ਅਕਾਊਂਟਸ, ਇੰਗਲਿਸ਼ ਲੈਂਗੁਏਜ ਪੰਜਾਬੀ, ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ, ਐਗਰੀਕਲਚਰ, ਪੰਜਾਬ ਹਿਸਟਰੀ ਐਂਡ ਕਲਚਰ। ਤਾਂ ਉਸ 2016 ਦੇ ਵਿੱਚ ਇਹ ਸਾਰਾ ਕੁਝ ਆਇਆ ਸੀ ਇੰਨੇ ਨੰਬਰ ਦਾ। ਤਾਂ 100 ਨੰਬਰ ਦਾ ਪੇਪਰ ਸੀਗਾ ਇਹ ਵਾਲਾ। ਪਹਿਲਾਂ ਦੇਖਦੇ ਆਪਾਂ ਪੰਜਾਬੀ ਦੇ ਕੁਐਸਚਨ। ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਪਹਿਲਾ ਤਾਂ ਵਿਸ਼ੇਸ਼ਣ ਹੁੰਦਾ ਕੀ ਹੈ? ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਮ ਸ਼ਬਦ ਨਾਲ ਲਾ ਕੇ ਉਹਦੀ ਵਿਸ਼ੇਸ਼ਤਾ ਪ੍ਰਗਟ ਕਰਨ। ਮਤਲਬ ਕੋਈ ਚੀਜ਼ ਆਮ ਸੀਗੀ ਉਹਨੂੰ ਆਪਾਂ ਖਾਸ ਬਣਾ ਦੇਣ, ਕੋਈ ਚੀਜ਼ ਨਾਲ ਜੁੜ ਜੇ, ਉਹਨੂੰ ਕੀ ਬੋਲਦੇ ਆਪਾਂ? ਵਿਸ਼ੇਸ਼ਣ। ਜਿੱਦਾਂ ਮੈਂ ਬੋਲਤਾ ਗਰਲ, ਗਰਲ ਤਾਂ ਹੋ ਗਿਆ ਇੱਕ ਆਮ ਚੀਜ਼, ਠੀਕ ਹੈ, ਬਟ ਇਹਦੇ ਅੱਗੇ ਅਗਰ ਇੰਟੈਲੀਜੈਂਟ ਲਗਾ ਦਈਏ ਤਾਂ ਕੀ ਬਣ ਗਿਆ? ਇੱਕ ਇਹ ਉਹਦੀ ਮਤਲਬ ਆਪਾਂ ਪ੍ਰੇਸ ਕਰ ਰਹੇ ਹਾਂ ਲੜਕੀ ਦੀ, ਇੰਟੈਲੀਜੈਂਟ ਗਰਲ, ਮਤਲਬ ਉਹ ਹੁਸ਼ਿਆਰ ਲੜਕੀ ਹੈ, ਠੀਕ ਹੈ। ਲੜਕੀ ਇਕੱਲਾ ਤਾਂ ਸਿੰਪਲ ਚੀਜ਼ ਹੋ ਗਈ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਆਪਾਂ, ਅਗਰ ਅੱਗੇ ਆਪਾਂ ਯੂਜ਼ ਕਰ ਲਿਆ ਹੁਸ਼ਿਆਰ ਤਾਂ ਕੀ ਹੋ ਗਿਆ ਉਹਦਾ ਮਤਲਬ ਵਿਸ਼ੇਸ਼ਣ ਬਣ ਜਾਂਦਾ ਹੈਗਾ। ਤਾਂ ਆਪਣੇ ਕੋਲੇ ਵਿਸ਼ੇਸ਼ਣ ਦੇ ਕਿਸਮਾਂ ਕਿੰਨੀਆਂ ਹੁੰਦੀਆਂ ਨੇਗੀਆਂ? 5 ਤੋਂ ਕਿਹੜੇ-ਕਿਹੜੀਆਂ ਨੇ? ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਨਿਸ਼ਚੈਵਾਚਕ ਵਿਸ਼ੇਸ਼ਣ, ਪੜਨਾਮੀ ਵਿਸ਼ੇਸ਼ਣ। ਰੈਪੀਡਿਟਲੀ ਇਹ ਕੁਐਸਚਨ ਰਿਪੀਟ ਹੁੰਦੇ ਰਹਿੰਦੇ ਨੇ ਪੰਜਾਬ ਦੇ ਪੇਪਰਸ ਦੇ ਅੰਦਰ, ਠੀਕ ਹੈ। ਫਿਰ ਆਂਦਾ ਹੈਗਾ ਬਣਤਰ ਅਨੁਸਾਰ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਵਾਕਾਂ ਦੀ ਬਣਤਰ ਦੇ ਆਧਾਰ ਉੱਤੇ ਵੰਡ ਹੁੰਦੀ ਹੈਗੀ ਇਹਦੀ 3 ਤਰ੍ਹਾਂ ਦੀ: ਸਧਾਰਨ ਵਾਕ, ਸੰਯੁਕਤ ਵਾਕ ਤੇ ਮਿਸ਼ਰਿਤ ਵਾਕ। ਬਟ ਆਨਸਰ ਕੀ ਹੈ ਇਹਦਾ? 4। ਕਿਉਂ? ਕਿਉਂਕਿ ਕੁਝ ਬੁੱਕਸ ਕੀ ਕਹਿੰਦੀਆਂ ਨੇ ਇਹਦੀ 4th ਪਾਰਟ ਵੀ ਦੱਸ ਦੇਣਗੇ। ਕਿਹੜਾ? ਚੌਥੀ ਟਾਈਪ ਹੁੰਦੀ ਹੈਗੀ ਗੁੰਝਲਦਾਰ ਵਾਕ, ਉਹਨੂੰ ਬੋਲਿਆ ਜਾਂਦਾ ਹੈਗਾ, ਠੀਕ ਹੈ। ਤਾਂ ਤੁਸੀਂ ਧਿਆਨ ਰੱਖ ਸਕਦੇ ਹੋ ਕਿ ਇਸ ਚੀਜ਼ ਨੂੰ ਵੀ, ਮਤਲਬ ਆਪਣੇ ਆਪਸ਼ਨ ਦੇ ਉੱਪਰ ਡਿਪੈਂਡ ਕਰਦਾ ਹੈਗਾ। ਆਪਸ਼ਨ ਦੇ ਵਿੱਚ 3 ਨਹੀਂ ਹੈਗਾ ਸੀ ਤਾਂ ਆਪਾਂ ਕੀ ਟਿਕ ਕਰਾਂਗੇ? 4। ਅਗਰ 4 ਨਹੀਂ ਹੈਗਾ ਤਾਂ ਕੀ ਟਿਕ ਕਰਾਂਗੇ? 3 ਕਰਾਂਗੇ। ਤਾਂ ਤੁਸੀਂ ਇਸ ਨੂੰ ਥੋੜਾ ਧਿਆਨ ਦੇ ਅੰਦਰ ਰੱਖਣਾ ਹੈਗਾ। ਤੇ ਇੱਕ ਆਂਦਾ ਹੈਗਾ ਕਾਰਜ ਦੇ ਆਧਾਰ ਉੱਤੇ ਵਾਕ ਦੀ ਵੰਡ। ਇਹ ਐਕਸਟਰਾ ਕੁਐਸਚਨ ਹੈਗਾ, ਮੈਂ ਤੁਹਾਨੂੰ ਵੈਸੇ ਦੱਸ ਰਹੀ ਹਾਂਗੀ। ਕਾਰਜ ਦੇ ਆਧਾਰ ਉੱਤੇ ਪੰਜਾਬੀ ਭਾਸ਼ਾ ਦੇ ਵਾਕਾਂ ਨੂੰ 4 ਭਾਗਾਂ ਵਿੱਚ ਵੰਡਿਆ ਜਾਂਦਾ। ਕਿਹੜੇ-ਕਿਹੜੇ ਨੇਗੇ? ਹਾਂ ਵਾਚਕ ਵਾਕ, ਨਾ ਵਾਚਕ ਵਾਕ, ਪ੍ਰਸ਼ਨਵਾਚਕ ਵਾਕ ਤੇ ਵਿਸਮੇਵਾਚਕ ਵਾਕ। ਨੈਕਸਟ ਆਂਦਾ ਹੈਗਾ ਕਹਿੰਦੇ ਕਈ ਵਾਕਾਂ ਵਿੱਚ ਹੈ ਜਾਂ ਸੀ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ? ਮਤਲਬ ਕੋਈ ਸੈਂਟੈਂਸ ਦੇ ਅੰਦਰ ਕੋਈ ਵੀ ਵਰਬ ਨਹੀਂ ਹੈਗੀ, ਮਤਲਬ ਇੰਗਲਿਸ਼ ਦੇ ਅੰਦਰ ਗੱਲ ਕਰਦੇ ਆ ਅਗਰ ਤਾਂ ਪੰਜਾਬੀ ਵਿੱਚ ਕੀ ਕਹਾਂਗੇ? ਉਸ ਮਤਲਬ ਇੱਕ ਸੈਂਟੈਂਸ ਹੈਗਾ ਉਹਦੇ ਵਿੱਚ ਕੋਈ ਵੀ ਕਿਰਿਆ ਦਾ ਇਕੱਲਾ ਸ਼ਬਦ ਕਿਸ ਨੂੰ ਮੰਨਿਆ ਜਾ ਰਿਹਾ ਹੈਗਾ? ਕਹਿੰਦੇ ਹੈ ਜਾਂ ਸੀ, ਉਹੀ ਉਹਨੂੰ ਕੀ ਸ਼ੋ ਕਰ ਰਿਹਾ ਹੈਗਾ? ਕਿਰਿਆ ਦਾ ਰੂਪ ਹੁੰਦਾ। ਉਹਨੂੰ ਕੀ ਕਿਹਾ ਜਾਂਦਾ ਹੈਗਾ? ਉਹਨੂੰ ਕਿਹਾ ਜਾਂਦਾ ਹੈਗਾ ਸਸਰੰਗੀ ਕਿਰਿਆ, ਆਪਸ਼ਨ ਸੀ। ਨੈਕਸਟ ਆਂਦਾ ਹੈਗਾ ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ ਕੌਣ ਹੈ? ਮਤਲਬ ਪੰਜਾਬੀ ਭਾਸ਼ਾ ਦਾ ਜਨਮ ਕਿਸ ਤੋਂ ਹੋਇਆ ਹੈਗਾ? ਪੰਜਾਬੀ ਭਾਸ਼ਾ ਦਾ ਜਨਮ ਹੋਇਆ ਹੈਗਾ ਸੰਸਕ੍ਰਿਤ ਭਾਸ਼ਾ ਤੋਂ, ਆਪਸ਼ਨ ਡੀ। ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਬਹੁਤ ਇੰਪੋਰਟੈਂਟ ਹੈ, ਕਾਫੀ ਐਗਜ਼ਾਮ ਦੇ ਅੰਦਰ ਕੁਐਸਚਨ ਇਹ ਰੈਪੀਡਿਟਲੀ ਆਇਆ ਹੋਇਆ ਹੈਗਾ। ਪਹਿਲਾਂ ਕਿਰਿਆ ਵਿਸ਼ੇਸ਼ਣ ਹੁੰਦਾ ਕੀ ਹੈਗਾ? ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕੀ ਬੋਲਦੇ ਆ ਆਪਾਂ? ਕਿਰਿਆ ਵਿਸ਼ੇਸ਼ਣ ਆਖਦੇ ਹਾਂ। ਤੇ ਇਹਦੀ ਕਿਸਮਾਂ ਕਿੰਨੀਆਂ ਹੁੰਦੀਆਂ ਨੇ? 8 ਕਿਸਮਾਂ ਹੁੰਦੀਆਂ ਨੇ, ਆਪਸ਼ਨ ਏ ਦਾ ਆਨਸਰ ਹੈਗਾ। ਤੇ ਕਿਹੜੇ-ਕਿਹੜੀਆਂ ਹੁੰਦੀਆਂ ਨੇ ਆ ਤੁਸੀਂ ਦੇਖ ਸਕਦੇ ਹੋਗੇ? ਕਾਲਵਾਚਕ ਕਿਰਿਆ ਵਿਸ਼ੇਸ਼ਣ, ਸਥਾਨਵਾਚਕ, ਠੀਕ ਹੈ। ਸਾਰੇ ਤੁਸੀਂ ਆਪਸ਼ਨ ਆ ਦੇਖ ਸਕਦੇ ਹੋ, ਨੀਚੇ ਦਾ ਲਿਖਿਆ ਹੋਇਆ ਹੈਗਾ ਵੀ ਕਿਹੜੇ-ਕਿਹੜੇ ਪ੍ਰਕਾਰ ਦੀਆਂ ਕਿਰਿਆ ਵਿਸ਼ੇਸ਼ਣ ਹੁੰਦੇ ਨੇਗੇ। ਫਿਰ ਆਂਦਾ ਹੈਗਾ ਇੰਗਲਿਸ਼ ਦਾ ਆਪਣੇ ਪਾਸ। ਸਭ ਤੋਂ ਪਹਿਲਾਂ ਕੀ ਸੀਗਾ ਆਪਾਂ ਨੇ ਇਹਦੇ ਵਿੱਚ ਫਿਲ ਕਰਨਾ ਹੈਗਾ ਫਰੇਜ਼ਲ ਵਰਬ, ਠੀਕ ਹੈ। ਫਰੇਜ਼ਲ ਵਰਬ ਕੀ ਹੈ?
ਜਿਹੜਾ ਦੇਖੋ ਸਾਰੇ ਅੱਗੇ ਕੀ ਹੈਗਾ ਥਰੂ ਥਰੂ ਮਤਲਬ ਕੀ ਹੁੰਦਾ ਕੋਈ ਚੀਜ਼ ਨੂੰ ਸਿੱਟਣਾ ਵੈਸੇ ਤਾਂ ਇਹਦੇ ਨਾਲ ਕੀ ਲੱਗ ਗਿਆ ਪ੍ਰੈਪੋਜੀਸ਼ਨ ਲੱਗ ਗਈ ਤਾਂ ਇਹਨਾਂ ਦੇ ਮੀਨਿੰਗ ਕੀ ਨੇ ਟੋਟਲੀ ਚੇਂਜ ਹੋ ਜਾਂਦੇ ਨੇ ਹੁਣ ਮੈਂ ਬੋਲਾਂ ਤੁਹਾਨੂੰ ਸੀਤਾ ਥਰੂ ਔਨ ਮਤਲਬ ਐ ਤਾਂ ਨਹੀਂ ਹੈਗਾ ਮਤਲਬ ਵੀ ਸਿੱਟ ਤਾਂ ਉਹਨੇ ਤਾਂ ਥਰੂ ਔਨ ਦਾ ਮਤਲਬ ਕੀ ਹੁੰਦਾ ਜਲਦੀ ਜਲਦੀ ਮਤਲਬ ਕੋਈ ਆਪਣੇ ਕੰਮ ਕਰਨਾ ठीक है सीता थ्रू ऑन जीन्स एंड अ स्वेटर एंड ran to catch the bus मतलब सीता ने जल्दी जल्दी कपड़े पहने ठीक है काली विच कपड़े पहने ते स्वेटर पहने आपदा ते जीन्स पहनी ते स्वेटर पहने ते उन्हें की कीता आपदी बस नू पकड़ लिया कैच कर लिया तो थ्रू ऑन दा मीनिंग की हुंदा टू क्विकली पुट ऑन अ पीस ऑफ क्लोथिंग मतलब कपड़े नू जल्दी जल्दी पहनना ठीक है मतलब क्लोथ्स दे रिलेटेड यूज करदे आपां टर्म थ्रू ऑन फ्रेजल वर्ब यूज कर देंगे थ्रू ऑन तो हर एक दा मीनिंग अलग अलग हुंदागा इस चीज दे नाल नेक्स्ट आंदागा एज ये भी फ्रेजल वर्ब फॉर्म फिल करनी आपां ने उरे as I am ill please dash the doctor ਤਾਂ ਇਹਦੇ ਲਈ ਯੂਜ਼ ਕੀਤਾ ਜਾਂਦਾਗਾ send for ਕੀ ਹੁੰਦਾਗਾ send for ਯੂਜ਼ ਕਰਦੇ ਆਪਾਂ ਕਿਸੇ ਪਰਸਨ ਦੇ ਲਈ somebody ਦੇ ਲਈ ਠੀਕ ਹੈ to ask or tell somebody to come to you especially in order to help you ਕਿਸੇ ਨੂੰ ਆਪਦੇ ਕੋਲੇ ਬੁਲਾਣਾ ਤੇ ਸਪੈਸ਼ਲੀ ਆਪਣੀ ਹੈਲਪ ਦੇ ਲਈ ਬੁਲਾਣਾ ਆਪਾਂ ਡਾਕਟਰ ਨੂੰ ਬੁਲਾ ਰਹੇ ਹਾਂ ਕੋਈ मतलब पर्सन नहीं बुला रहे हैं ठीक है तो लिख रहे हैं सेंड फॉर अ डॉक्टर क्विकली मतलब बुलाया जाए जल्दी तो जल्दी डॉक्टर ਨੂੰ तो यही सेंटेंस है अपने पास एज आई एम इल मैं बीमार हाँ प्लीज सेंड फॉर द डॉक्टर तो डॉक्टर ਨੂੰ बुलाया जाए तो सेंड फॉर द डॉक्टर I will dash the room this morning I will tidy up the room this morning tidy up ਦਾ मीनिंग ਹੁੰਦਾਗਾ जो मतलब पुट थिंग्स इन द करैक्ट प्लेस इन अ रूम अगर कोई रूम हैगा ਉਹਦੇ ਅੰਦਰ ਅਗਰ ਸਪੋਜ਼ ਕਰੋ ਬੈੱਡ ਦੇ ਉੱਪਰ ਪਿੱਲੋ ਹੁੰਦੇ ਨੇ ਪਿੱਲੋ ਨਹੀਂ ਸਿੱਟ ਰੱਖਿਆ ਫਰਸ਼ ਦੇ ਉੱਪਰ ਤਾਂ ਕੀ ਇਹ ਗਲਤ ਹੈ ਤਾਂ ਜਿਹੜਾ ਪਿੱਲੋ ਹੈ ਉਹਨੂੰ ਕਿੱਥੇ ਰੱਖਾਂਗੇ ਆਪਾਂ ਬੈੱਡ ਦੇ ਉੱਪਰ ਰੱਖਾਂਗੇ ਦੈਟ ਇਜ਼ ਅ ਕਰੈਕਟ ਪਲੇਸ ਤਾਂ ਹਰ ਇੱਕ ਚੀਜ਼ ਨੂੰ ਆਪਦੀ ਪ੍ਰੋਪਰ ਪਲੇਸ ਦੇ ਉੱਪਰ ਰੱਖਣ ਨੂੰ ਕੀ ਬੋਲਿਆ ਜਾਂਦਾ ਹੈ ਟਿਡੀ ਅਪ ਠੀਕ ਹੈ ਆਈ ਵਿਲ ਟਿਡੀ ਅਪ ਦ ਰੂਮ ਦਿਸ ਮਾਰਨਿੰਗ मतलब ਸਾਰਾ ਰੂਮ ਸਾਫ਼ ਕੀਤਾ विल लग्या होया मतलब करांगा ठीक है नेक्स्ट आंदा अपने पास मार्क द मोस्ट एप्रोप्रिएट फॉर्म ऑफ द सेंटेंस आउट ऑफ द 4 चॉइसेस मतलब 4 ਦਿੱਤੇ ਹੋਏ ਨੇ ਕਿਹੜਾ ਸਭ ਤੋਂ ਸਹੀ ਸੈਂਟੈਂਸ ਹੈਗਾ ਤਾਂ ਤੁਸੀਂ ਸਾਰੇ ਰੀਡ ਕਰਕੇ ਦੇਖੋਗੇ ਤਾਂ ਤੁਹਾਨੂੰ ਕਿਹੜਾ ਸਹੀ ਲੱਗੇਗਾ ਫਰਸਟ ਵਾਲਾ ਸਹੀ ਲੱਗੇਗਾ ਇਹ ਤਾਂ ਕੁਝ ਰੂਲਸ ਹੁੰਦੇ ਨੇ मतलब ਕਿੱਥੇ ਆਪਾਂ ਐਸ ਲਗਾਉਂਦੇ ਆ ਜਾਂ ਕਿੱਥੇ ਨਹੀਂ ਤਾਂ ਕਾਫੀ ਲੈਂਥੀ ਹੋ ਜਾਏਗਾ ठीक है I am reading a novel of a Connaughts that is a right sentence option A same अगला भी सेम चीज है right sentence choose करना है this whole idea is crazy this idea whole is crazy तो कोई सेंस नहीं बनती तो सही केड़ा जा रहा है this whole idea is crazy next आंदा अपने जीके दे क्वेश्चन उस टाइम ते पहले 10 आई थिंक 10 के क्वेश्चन की सीगे करंट दे सीगे जो आज दे टाइम की ने हिस्ट्री बन चुके हैं हुन अपने लिए ठीक है तो उन्हां दा कुछ ज्यादा फायदा तो नहीं हैगा बट फिर भी तुसीं एक बार देख सकते होंगे उस टाइम ते की होया सीगा हरियाणा दी असेंबली ने एक पंचायती राज इंस्टीट्यूशन पास किया सीगा तो ਉਹਦੇ ਕੁਝ ਕੁ ਰੂਲ ਸੀਗੇ ਤਾਂ ਕਹਿੰਦੇ ਕੁਝ ਕੁ ਫੀਚਰ ਸੀਗੇ ਤੇ ਕਿਹੜੀ ਦੇ ਵਿੱਚ ਨਹੀਂ ਹੈਗੀ ਤਾਂ ਹੈਗਾ ਸੀਗਾ ਆਪਸ਼ਨ ਡੀ The 25% of the total seats will be reserved for the candidates living below poverty line मतलब ਕਹਿੰਦੇ ਜਿਹੜੇ ਗਰੀਬੀ ਰੇਖਾ ਤੋਂ ਨੀਚੇ ਲੋਕ ਨੇਗੇ ਉਹਨਾਂ ਦੀ ਸੀਟਾਂ ਰਿਜ਼ਰਵ ਕੀਤੀਆਂ ਸੀ ਸਰਕਾਰ ਨੇ 25% ਤਾਂ ਇਹ ਚੀਜ਼ ਨਹੀਂ ਕੀਤੀ ਸੀ ਸਰਕਾਰ ਨੇ ਬਾਕੀ ਪਹਿਲੇ ਵਾਲੇ ਤਿੰਨ ਕੀਤੇ ਸੀਗੇ ਹਰਿਆਣਾ ਦੇ ਅਸੈਂਬਲੀ ਨੇ ਪਾਸ ਤਾਂ ਪਹਿਲੇ ਤਿੰਨ ਸਹੀ ਨੇਗੇ ਚੌਥਾ ਕੀ ਹੈ ਆਪਣਾ ਗਲਤ ਹੈ ਦੈਟ ਮੀਨਸ ਆਨਸਰ ਡੀ ਆਪਣਾ ਕੀ ਹੈ ਕਰੈਕਟ ਹੈ ਨੈਕਸਟ ਆਂਦਾ ਹੈਗਾ 29 ਜੂਨ ਇਜ਼ ਆਬਜ਼ਰਵਡ ਐਜ਼ 29 ਜੂਨ ਨੂੰ ਕੀ ਮਨਾਉਂਦੇ ਆਪਾਂ ਨੈਸ਼ਨਲ ਸਟੈਟਿਕਸ ਡੇ ਤੇ ਜਿਹੜਾ ਆਪਣਾ ਵਰਲਡ ਸਟੈਟਿਕਸ ਡੇ ਹੁੰਦਾਗਾ ਇਹ ਹੁੰਦਾਗਾ 20 ਅਕਤੂਬਰ ਨੂੰ ਇਹ ਫਸਟ ਟਾਈਮ ਸੈਲੀਬ੍ਰੇਟ ਕੀਤਾ ਸੀ ਆਪਾਂ ਨੇ 2015 ਦੇ ਵਿੱਚ ਤਾਂ ਪੰਜਾਬ ਦੇ ਪੇਪਰਾਂ ਦੇ ਵਿੱਚ ਡੇਜ਼ ਦੇ ਰਿਲੇਟਡ ਵੀ ਆਲਮੋਸਟ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ ਜਿਹਦਾ ਪੀਐਸਪੀਸੀਐਲ ਦੇ ਵਿੱਚ ਵੀ ਆਇਆ ਸੀਗਾ ਹੁਣ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ 2019 ਦੇ ਵਿੱਚ ਵੀ ਆਇਆ ਸੀਗਾ 2016 ਦਾ ਪੇਪਰ ਸੀ ਜਿਹੜਾ ਐਸਆਈ ਦਾ ਆਪਣਾ ਸਬ ਇੰਸਪੈਕਟਰ ਦਾ ਪਟਵਾਰੀ ਦਾ ਸਭ ਦੇ ਵਿੱਚ ਹੀ ਡੇਜ਼ ਪੁੱਛੇ ਗਏ ਨੇ ਤਾਂ ਆਪਣੇ ਡੇਜ਼ ਪ੍ਰਿਪੇਅਰ ਕਰ ਲੈਣਾ ਅੱਛੀ ਤਰ੍ਹਾਂ ਨੈਕਸਟ ਆਂਦਾ ਹੈ The third India Africa Forum Summit was held in India from मतलब उस टाइम ਦੀ ਗੱਲ ਕਰ ਰਹੇ ਨੇ 2016 15 ਦੀ ਤਾਂ ਉਸ ਟਾਈਮ ਕਦੋਂ ਹੋਈ ਸੀਗੀ ਅਕਤੂਬਰ 26 ਤੋਂ ਲੈ ਕੇ ਅਕਤੂਬਰ 30 2015 ਨੂੰ ਇਹ ਸਮਿਟ ਹੋਈ ਸੀਗੀ ਨੈਕਸਟ ਆਂਦਾ ਹੈ ਦਾ ਨਿਊ ਚੀਫ ਸੈਕਟਰੀ ਆਫ ਦਾ ਸਟੇਟ ਆਫ ਜੰਮੂ ਐਂਡ ਕਸ਼ਮੀਰ ਦੇ ਨਵੇਂ ਕੌਣ ਬਣੇ ਸੀ ਉਸ ਟਾਈਮ ਬਣੇ ਸੀਗੇ ਸ਼੍ਰੀ ਬ੍ਰਿਜਰਾਜ ਸ਼ਰਮਾ ਤਾਂ ਅੱਜ ਦੇ ਟਾਈਮ ਕੁਝ ਹੋਰ ਹੋਣਗੇ ਠੀਕ ਹੈ According to a recent report prepared by Renew Power the environmental degradation cost India मतलब उस टाइम तक रिपोर्ट आई सीगी ਤਾਂ ਕਹਿੰਦੇ ਜਿੰਨਾ ਵਾਤਾਵਰਨ ਆਪਣਾ ਡੀਗ੍ਰੇਡ ਹੋ ਰਿਹਾ ਹੈਗਾ ਉਹਦੀ ਕੋਸਟ ਕਿੰਨੀ ਸੀਗੀ ਉਹਦਾ ਹੈਗਾ ਸੀਗਾ $80 billion per year next ਆਂਦਾਗਾ according to a new study conducted by the World Economic Forum India is ranked 38th in the world in terms
मतलब इंडिया ਦਾ रैंक 38 नंबर ਤੇ ਸੀਗਾ ਵਰਲਡ ਇਕਨੋਮਿਕ ਫੋਰਮ ਦੇ ਵਿੱਚੋਂ। ਤਾਂ ਕਹਿੰਦੇ ਕਿਹੜੀ ਟਰਮ ਦੇ ਵਿੱਚ ਸੀਗਾ, ਇਹ ਹੈਗਾ ਸੀਗਾ ਐਂਟਰਪ੍ਰੈਨਿਓਰਸ਼ਿਪ ਦੇ ਵਿੱਚੋਂ ਇੰਡੀਆ ਦਾ ਰੈਂਕ 38th ਪਲੇਸ ਤੇ। ਦਾ 13th ਨੈਸ਼ਨਲ ਇੰਟਰ ਡਿਸਟ੍ਰਿਕਟ ਐਥਲੈਟਿਕਸ ਚੈਂਪੀਅਨਸ਼ਿਪ ਵਾਸ ਹੈਲਡ ਐਟ, ਕਿੱਥੇ ਹੋਏ ਸੀਗੇ, ਵਿਸ਼ਾਖਾਪਟਨਮ ਇਨ ਇੰਡੀਆ ਦੇ ਅੰਦਰ। ਨੈਕਸਟ ਆਂਦਾਗਾ which of the following community designated as a OBC in 2007 is according to its memorandum recently submitted to Governor O.P. Kohli ready to give up its reservation quota if the caste based reservation system is scrapped। मतलब उस टाइम ते भी ये सारा कुछ होया सीगा। तो कहते केड़ी कम्युनिटी ने किता सीगा, ये किता सीगा द भंडारी कम्युनिटी ऑफ नारगोल एंड द सराउंडिंग विलेजेस ने इनू पास मतलब स्क्रैप्ड मतलब ਇਹ ਕੀਤਾ ਸੀਗਾ ਸਾਰਾ ਕੁਝ। ਨੈਕਸਟ ਆਂਦਾਗਾ ਅਕੋਰਡਿੰਗ ਟੂ ਦ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਗਵਰਨਮੈਂਟ ਆਫ ਇੰਡੀਆ ਨੈਗੇਟਿਵ ਗਰੋਥ ਵਾਸ ਰਿਕਾਰਡਡ ਇਨ ਦ ਐਕਸਪੋਰਟ ਆਫ, मतलब ਉਸ ਟਾਈਮ ਤੇ ਕਹਿੰਦੇ ਇੰਡੀਆ ਦਾ ਜਿਹੜਾ ਐਕਸਪੋਰਟ ਸੀਗਾ ਉਹ ਨੈਗੇਟਿਵ ਹੋ ਗਿਆ ਸੀਗਾ, ਉਹਦੀ ਗਰੋਥ ਨੈਗੇਟਿਵ ਚਲੀ ਗਈ ਸੀ। ਕਿਉਂ ਚਲੀ ਗਈ ਸੀਗੀ, ਕਿਉਂਕਿ ਐਸ ਮੈਨੀ ਐਜ਼ ਆਫ 10 ਕੀ ਐਗਰੀਕਲਚਰ ਪ੍ਰੋਡਕਟਸ ਇਨ ਜੁਲਾਈ 2015 ਡਿਊ ਟੂ ਕੰਟਰੈਕਸ਼ਨ ਇਨ ਪ੍ਰਾਈसेस ਇਨ ਦ ਗਲੋਬਲ ਕਮੋਡਿਟੀ ਮਾਰਕੀਟ। मतलब ਮਾਰਕੀਟ ਦੇ ਵਿੱਚ 10 ਆਪਣੇ ਜਿਹੜੇ ਐਗਰੀਕਲਚਰ ਦੀਆਂ ਕੋਈ ਚੀਜ਼ਾਂ ਸੀ, ਕੋਈ ਪ੍ਰੋਡਕਟ ਸੀਗੇ, ਉਹਨਾਂ ਦਾ ਕੀ ਸੀਗਾ ਆਪਣੇ ਜਿਹੜੇ ਰੇਟ ਨੇ ਕਾਫੀ ਜ਼ਿਆਦਾ ਕੰਟਰੈਕਸ਼ਨ ਦੇ ਵਿੱਚ ਸੀ ਕਿ 2015 ਦੇ ਕਰਕੇ, ਤਾਂ ਕਰਕੇ ਜਿਹੜੀ ਗਰੋਥ ਸੀਗੀ ਨੈਗੇਟਿਵ ਹੋ ਗਈ ਸੀਗੀ। ਠੀਕ ਹੈ, 19ਵਾਂ ਕੁਐਸਚਨ ਇਹ ਵਾਲਾ। ਨੈਕਸਟ ਆਂਦਾ ਹੈ ਦ ਇਸਲਾਮਿਕ ਸਟੇਟ ਰੀਸੈਂਟਲੀ blew up the ਏਸ਼ੀਅਨ ਟਾਰ ਟॉम्स ਇਨ ਦਾ ਸਿਟੀ ਆਫ, मतलब ਉਸ ਟਾਈਮ ਤੇ ਇਸਲਾਮਿਕ ਸਟੇਟ ਦੇ ਵਿੱਚ ਇਸਲਾਮਿਕ ਸਟੇਟ ਦੇ मतलब ਬੰਬ ਬਲਾਸਟ ਹੋਏ ਸੀਗੇ, ਉਹਨੇ ਇੱਕ ਟਾਵਰ ਨੂੰ ਉਡਾਤਾ ਸੀਗਾ, ਟਾਮ ਨੂੰ ਉਡਾਤਾ ਸੀਗਾ। ਤਾਂ ਕਹਿੰਦੇ ਕਿਹੜੀ ਸਿਟੀ ਦੇ ਵਿੱਚ ਹੋਏ ਸੀ, ਇਹ ਹੋਏ ਸੀਗੇ ਪਲਮਾਇਰਾ, ਇਹ ਇੱਕ ਸਿਟੀ ਹੈਗੀ ਪਲਮਾਇਰਾ, ਉੱਥੇ ਇਹਨਾਂ ਨੇ ਇਸ ਨੂੰ ਉਡਾਤਾ ਸੀਗਾ ਬੰਬ ਦੇ ਨਾਲ। ਠੀਕ ਹੈ, ਇਹ ਸਾਰੇ ਕੁਐਸਚਨ ਕਿਹੜੇ ਸੀ ਆਪਣੇ ਕਰੰਟ ਦੇ ਸੀਗੇ ਉਸ ਟਾਈਮ ਦੇ, ਬਟ ਅੱਜ ਦੇ ਟਾਈਮ ਕੀ ਨੇ ਹਿਸਟਰੀ ਨੇ ਆਪਣੇ ਲਈ ਕੋਈ ਯੂਜ਼ਫੁਲ ਨਹੀਂ ਹੈਗੇ ਸੀਗੇ। ਠੀਕ ਹੈ, ਆਹ ਵਾਲੇ ਕੁਐਸਚਨ ਜਿਹੜੇ ਹੁਣ ਆਣਗੇ 5-6 ਕੁਐਸਚਨ, ਇਹ ਸਾਰੇ ਆਪਣੇ ਲਈ ਇੰਪੋਰਟੈਂਟ ਨੇਗੇ। ਦ ਰੇਸ਼ੋ ਆਫ ਦ ਵਿਡਥ ਆਫ ਦ ਨੈਸ਼ਨਲ ਫਲੈਗ ਆਫ ਇੰਡੀਆ ਟੂ ਇਟਸ ਲੈਂਥ ਇਜ਼, ਵਿਡਥ ਟੂ ਲੈਂਥ ਪੁੱਛੀ ਹੈ, ਵਿਡਥ ਕਿੰਨੀ ਹੈ 2, ਲੈਂਥ ਕਿੰਨੀ ਹੈ ਇਹਦੀ 3, ਤਾਂ ਕਿੰਨਾ ਆ ਗਿਆ ਆਪਣਾ 2 to 3। अगर पूछे लेंथ टू विड्थ तक आंसर की टिक करोगे 3:2 टिक करोगे, इस चीज का ध्यान रखना है। ठीक है, मतलब अपना ਜਿਹੜਾ ਇਹ ਫਲੈਗ ਹੈਗਾ ਇਦਾਂ ਹੈਗਾ 3 ਤੇ ਇਹਦਾ ਇਦਾਂ ਕਿੰਨਾ ਆਪਣਾ 2 ਹੈਗਾ, ਰੇਸ਼ੋ ਪੁੱਛੀ ਇਹਨਾਂ ਨੇ। ਠੀਕ ਹੈ, ਆ ਲੈਂਥ ਹੈ ਆਪਣੀ, ਵਿਡਥ ਹੈ, ਚੀਜ਼ ਦਾ ਧਿਆਨ ਰੱਖਣਾ ਹੈਗਾ। ਤੇ ਕੁਝ ਕੁਐਸਚਨ ਤੁਸੀਂ ਹੋਰ ਦੇਖ ਸਕਦੇ ਹੋ ਕਿ ਪੁੱਛੇ ਜਾਂਦੇ ਨੇ ਐਗਜ਼ਾਮ ਦੇ ਅੰਦਰ। ਨੈਸ਼ਨਲ ਫਲੈਗ ਆਫ ਇੰਡੀਆ ਵਾਸ ਡਿਜ਼ਾਈਨ ਬਾਈ ਆ ਪਿੰਗਾਲੀ ਵੈਂਕਈਆ ਨੇ, ਇਹਨੂੰ ਡਿਜ਼ਾਈਨ ਕੀਤਾ ਸੀ ਆਪਣੇ ਝੰਡੇ ਨੂੰ, मतलब डिजाइन तैयार किया इस परसन ने। ते लेंथ ते विड्थ की रेशो कितनी हुंदी है 3:2। नैशनल फ्लैग अपने पहली बारी कदों अपनाया सीगा कॉन्स्टिट्यूएंट असैंबली ने 22 जुलाई 1947 ਨੂੰ, ਇਹ ਵੀ इंपॉर्टेंट क्वेश्चन हैगा। ਤੇ ਜਿਹੜਾ ਆਪਣਾ ਝੰਡਾ ਹੈਗਾ ਠੀਕ ਹੈ, ਇਹਦੇ ਵਿੱਚ ਜਿਹੜੇ ਸਰਕਲ ਨੂੰ ਕੀ ਬੋਲਦੇ ਆਪਾਂ ਅਸ਼ੋਕ ਚੱਕਰਾ ਬੋਲ ਦਿਆਂਗੇ। ਤੇ ਇਹਦੇ ਵਿੱਚ ਲਾਈਨਸ ਕਿੰਨੀਆਂ ਹੁੰਦੀਆਂ ਇਹਨੂੰ ਕੀ ਬੋਲਦੇ ਆਪਾਂ ਸਪੋਕਸ, ਇਹ ਹੈਗੀਆਂ ਨੇ 24 ਲਾਈਨਸ ਹੁੰਦੀਆਂ ਨੇ ਇਹਦੇ ਅੰਦਰ। द सैफरन कलर, ये वाला बसंतरी रंग है ठीक है, ये वाला झंडा है, ये किसनू दर्शाता है करेज एंड सैक्रीफाइस। वाइट कलर रिप्रेजेंट करता है ट्रुथ पीस एंड प्योरिटी नु। ग्रीन कलर रिप्रेजेंट करता है फेथ ते ज्वैलरी नु। तो तुम्हें पता होना चाहिए अपने फ्लैग्स दे नाल कुछ रिलेटेड क्वेश्चंस ने के। नेक्स्ट आंदा है इंपॉर्टेंट है द वर्ड सत्यमेव जयते इंस्क्राइब्ड ऑन द स्टेट एम्बलम ऑफ इंडिया हैव बीन टेकन फ्रॉम, अपना कहना जो नेशनल एम्बलम है ठीक है, ਉਹਦੇ ਪਰ वर्ड्स लिखे हुए ने ਕਿਹੜੇ सत्यमेव जयते। ਤਾਂ ਕਹਿੰਦੇ ਆਪਾਂ ਕਿੱਥੋਂ ਲੱਤੇ ਹੋਏ ਨੇ, ਇਹ ਲੱਤੇ ਹੋਏ ਨੇ ਆਪਾਂ ਨੇ ਮੁੰਦੱਕਾ ਉਪਨਿਸ਼ਦ ਤੋਂ ਇਹ ਲੱਤੇ ਹੋਏ ਨੇ। ਦੇਖੋ ਪਹਿਲਾਂ ਤਾਂ ਇਹ ਆਪਣਾ ਸਟੇਟ ਐਮਬਲਮ ਹੈ ਠੀਕ ਹੈ ਆਪਣੇ ਇੰਡੀਆ ਦਾ। In the state emblem adopted by the government of India on 26 जनवरी 1950, ਇਹਨੂੰ ਆਪਾਂ ਕਦੋਂ ਅਡਾਪਟ ਕੀਤਾ ਸੀਗਾ 26 ਜਨਵਰੀ 1950 ਨੂੰ ਅਡਾਪਟ ਕੀਤਾ ਸੀ ਆਪਣੇ ਐਮਬਲਮ ਨੂੰ, ਸਟੇਟ ਐਮਬਲਮ ਨੂੰ। the word satyameva jayate from ਮੁੰਡੱਕਾ ਉਪਨਿਸ਼ਦ, ਇਹ ਲੱਤਾ ਕਿੱਥੋਂ ਗਿਆ ਹੈਗਾ, ਇਹ ਤੋਂ ਲੱਤਾ ਗਿਆ। मीनिंग ਕੀ ਹੈ, मतलब ਕੀ ਹੈ, ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਮੁੰਡੱਕਾ ਉਪਨਿਸ਼ਦ ਦਾ मीनिंग ਕੀ ਹੈ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ truth alone prince are inscribed below the abacus of the ਅਬੈਕਸ ਇਨ ਦੇਵਾਨਗਰੀ ਸਕ੍ਰਿਪਟ। ਤਾਂ ਜਿਹੜਾ ਸਤਯਮੇਵ ਜਯਤੇ ਲਿਖਿਆ ਹੋਇਆ ਇਹ ਵਾਲਾ, ਤਾਂ ਕਹਿੰਦੇ ਕਿਹੜੀ ਲੈਂਗੁਏਜ ਦੇ ਅੰਦਰ ਲਿਖਿਆ ਹੋਇਆ ਹੈਗਾ, ਇਹ ਲਿਖਿਆ ਹੋਇਆ ਹੈਗਾ ਦੇਵਾਨਗਰੀ ਸਕ੍ਰਿਪਟ ਦੇ ਅੰਦਰ ਲਿਖਿਆ ਹੋਇਆ ਹੈਗਾ। ਇਹਦਾ मीनिंग ਕੀ ਹੈਗਾ ਟਰੂਥ ਅਲੋਨ ਪ੍ਰਿੰਸ। ਤੇ ਕਦੋਂ ਲੱਤਾ ਗਿਆ ਸੀਗਾ ਆਪਣਾ ਸਟੇਟ ਐਮਬਲਮ, ਕਦੋਂ ਮਤਲਬ ਅਡਾਪਟ ਕੀਤਾ ਸੀਗਾ 26 ਜਨਵਰੀ 1950 ਨੂੰ। ਇਹ ਸਾਰੇ ਕੁਐਸਚਨ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਨੈਕਸਟ ਆਂਦਾ ਹੈਗਾ The Hindi version of national anthem of India Jan Gan Man was adopted on, ਕਦੋਂ ਆਪਾਂ ਨੇ ਆਪਣਾ ਨੈਸ਼ਨਲ ਐਂਥਮ ਨੂੰ ਅਡਾਪਟ ਕੀਤਾ ਹੈਗਾ 24 ਜਨਵਰੀ 1950 ਨੂੰ ਅਡਾਪਟ ਕੀਤਾ ਆਪਾਂ ਨੇ ਆਪਣਾ ਨੈਸ਼ਨਲ ਐਂਥਮ। ਨੈਕਸਟ ਆਂਦਾ ਹੈਗਾ the vice president of India is elected by, ਇਹਨੂੰ ਕਿਵੇਂ ਚੂਜ਼ ਕੀਤਾ ਜਾਂਦਾ ਹੈਗਾ
member of the electoral college consisting of both houses of parliament, दोनों हाउस लोक सभा ते राज्य सभा, in accordance with the system of the proportional representation by means of a single transferable vote। ਤਾਂ ਇਹ ਤੁਸੀਂ ਕਰ ਲੈਣਾ ਹੈਗਾ। मैं पॉलिटी ਦਾ पूरा ਲੈਕਚਰ ਪ੍ਰਪੇਅਰ ਕਰੂੰਗੀ, ਠੀਕ ਹੈ, पूरे मतलब ਤੁਹਾਨੂੰ ਆਣਗੇ 10-12 ਜਾਂ ਕੁਝ ਵੀ ਜਿੰਨੇ ਪਾਰਟਸ ਬਣਨਗੇ ਉਹਦੇ ਸਾਰਾ ਕੁਝ ਮੈਂ ਤੁਹਾਨੂੰ ਡਿਸਕ੍ਰਾਈਬ ਕਰ ਦੂੰਗੀ। ਇਹ ਵਾਲਾ 24 ਦਾ ਆਏਗਾ ਆਪਸ਼ਨ A। ਨੈਕਸਟ ਆਂਦਾ ਹੈਗਾ ਦ ਯੂਨੀਅਨ ਐਗਜ਼ੀਕਿਊਟਿਵ ਆਫ ਗਵਰਨਮੈਂਟ ਆਫ ਇੰਡੀਆ ਕੰਸਿਸਟ ਆਫ, ਇਹਦੇ ਅੰਦਰ ਕੌਣ ਕੌਣ ਆਂਦਾ ਹੈਗਾ? ਪ੍ਰੈਜ਼ੀਡੈਂਟ, ਵਾइस ਪ੍ਰੈਜ਼ੀਡੈਂਟ, ਕਾਉਂਸਲ ਆਫ ਮਿਨਿਸਟਰਸ ਵਿਦ ਦ ਪ੍ਰਾਈਮ ਮਿਨਿਸਟਰ ਐਜ਼ ਅ ਹੈਡ ਆਫ ਟੂ ਏਡ ਦ ਐਡਵਾਈਸ ਆਫ ਦ ਪ੍ਰੈਜ਼ੀਡੈਂਟ। मतलब ਨਾਲ ਉਹ ਹੈਲਪ ਸਲਾਹ ਕਿਉਂ ਦਿੰਦੇ ਨੇਗੇ? ਰਾਸ਼ਟਰਪਤੀ ਨੂੰ ਉਹ ਸਲਾਹ ਨਾਲ ਦਿੰਦੇ ਨੇਗੇ। ਦ ਐਕਸ ਆਫਿਸ ਕੋ ਚੇਅਰਮੈਨ ਆਫ ਦ ਸਿਵਲ ਸਰਵਿਸ ਬੋਰਡ ਇਨ ਇੰਡੀਆ ਇਜ਼ ਦ ਕੈਬਨਿਟ ਸੈਕਟਰੀ ਹੁੰਦਾਗਾ, ਇਹਦਾ ਵੀ ਚੇਅਰਮੈਨ ਨਾਲ ਹੁੰਦਾਗਾ। ਨੋਬਲ ਪ੍ਰਾਈਜ਼ ਫॉर द ਇਕਨੋਮਿਕਸ ਵਾਸ ਇੰਸਟੀਟਿਊਟਡ ਇਨ ਦਾ ਈਅਰ, ਕਿਹੜੇ ਸਾਲ मतलब ਹੋਏ ਸੀ ਇਹ? 1967 ਦੇ ਵਿੱਚ ਨੋਬਲ ਪ੍ਰਾਈਜ਼। ਹੁਣ ਦੇਖੋ ਨੋਬਲ ਪ੍ਰਾਈਜ਼ ਨੂੰ ਲੈ ਕੇ ਕੁਐਸਚਨ ਪਹਿਲਾਂ ਆਪਾਂ ਕੀਤਾਗਾ, ਸਬ ਇੰਸਪੈਕਟਰ ਦੇ ਵਿੱਚ ਵੀ ਆ ਚੁੱਕਿਆਗਾ, ठीक है, काफी पेपर ਦੇ ਵਿੱਚ ਆਂਦਾਗਾ। ਤਾਂ ਤੁਸੀਂ ਇਹ ਵਾਲੀ ਵੀਡੀਓ ਹੈਗੀ, ਤੁਸੀਂ ਇਸ ਨੂੰ ਦੇਖ ਸਕਦੇ ਹੋ ਚੈਨਲ ਦੇ ਉੱਪਰ। ਸਾਰੇ ਜਿਹੜੇ ਸਟੈਟਿਕ ਕੁਐਸਚਨ ਪੁੱਛੇ ਗਏ ਨੇ ਨੋਬਲ मतलब ਨੋਬਲ ਆਪਣੇ ਪ੍ਰਾਈਜ਼ ਨੂੰ ਲੈ ਕੇ, ਉਹ ਸਾਰੇ ਕਵਰ ਕੀਤੇ ਗਏ ਨੇਗੇ। ਤੇ 2019 ਦੇ ਅੰਦਰ ਜਿਹੜੇ ਮਿਲੇ ਸੀ ਨੋਬਲ ਪ੍ਰਾਈਜ਼, ਉਹ ਵੀ ਟ੍ਰਿਕਸ ਦੇ ਨਾਲ ਅਪਲੋਡ ਤੁਸੀਂ ਦੇਖ ਸਕਦੇ ਹੋਗੇ। The first national youth policy was formulated and laid in parliament in India। ਕਦੋਂ ਬਣੀ ਸੀਗੀ? ਇਹ ਬਣਿਆ ਸੀਗਾ 1988 ਦੇ ਅੰਦਰ। ਇਹ ਦੋਨੇ ਪਾਰਲੀਮੈਂਟ ਦੇ ਵਿੱਚ ਰਿਪਰੈਜ਼ੈਂਟ ਕੀਤੀ ਗਈ ਸੀ, ਫਾਰਮੂਲੇਟ ਕੀਤੀ ਗਈ ਸੀਗੀ। ਮਤਲਬ 11 ਨਵੰਬਰ 1988 ਨੂੰ ਕੀਤੀ ਗਈ ਸੀ ਰਾਜ ਸਭਾ ਦੇ ਅੰਦਰ, 1 ਦਸੰਬਰ 1988 ਨੂੰ ਕੀਤੀ ਗਈ ਸੀ ਲੋਕ ਸਭਾ ਦੇ ਅੰਦਰ। ਇਹ ਤੁਸੀਂ ਧਿਆਨ ਰੱਖ ਸਕਦੇ ਹੋ ਇਸ ਚੀਜ਼ ਨੂੰ ਵੀ। The sound travels fastest through, मतलब ਜਿਹੜੀ ਆਵਾਜ਼ ਹੈਗੀ ਸਭ ਤੋਂ ਜ਼ਿਆਦਾ ट्रैवल ਕਿਹਦੇ ਵਿੱਚ ਕਰਦੀ ਹੈਗੀ? ਫਾਸਟ ਚੱਲਦੀ ਹੈਗੀ। ਇਹ ਕਰਦੀ ਹੈਗੀ ਸਟੀਲ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਫਾਸਟ ਪਾਸ ਕਰਦੀ ਹੈਗੀ ਸਾਊਂਡ ਇਹਦੀ। शाहनामा वाज रिटन बाय, शाहनामा ਨੂੰ ਕਿਹਨੇ ਲਿਖਿਆ ਸੀਗਾ? ਇਹਨੂੰ ਲਿਖਿਆ ਸੀਗਾ ਫਿਰਦੌਸੀ ਨੇ। ਤਾਂ शाहनामा ਚੀਜ਼ ਕੀ ਹੈਗੀ? शाहनामा ਵੀ ਬੋਲਦੇ ਨੇ, शाहनामा ਵੀ ਬੋਲਦੇ ਨੇ, ਠੀਕ ਹੈ। ਇਜ਼ ਅ ਵਨ ਆਫ ਦਾ ਵਰਲਡ ਲੌਂਗੇਸਟ ਐਪਿਕ ਪੋਇਮ, ਦੁਨੀਆ ਦੀ ਸਭ ਤੋਂ ਵੱਡੀ ਇਹ ਐਪਿਕ ਪੋਇਮ ਹੈਗੀ। ਲਿਖੀ ਕਿਹਨੇ ਹੈ? ਰਿਟਨ ਬਾय ਦਾ ਪਰਸੀਅਨ ਪੋਇਟ, ਫਾਰਸੀ ਭਾਸ਼ਾ ਦੇ ਕਵੀ ਸੀਗੇ। ਨਾਮ ਕੀ ਹੈਗਾ? ਫਿਰਦੌਸੀ ਵੀ ਬੋਲਦੇ ਨੇਗੇ, ਫਿਰਦੌਸੀ ਵੀ ਕਹਿੰਦੇ ਨੇ ਇਹਨੂੰ। ਇਹ ਵੀ ਧਿਆਨ ਰੱਖਣਾ ਹੈਗਾ, ਠੀਕ ਹੈ। ਲਿਖੀ ਸੀ ਦੁਨੀਆ ਦੀ ਸਭ ਤੋਂ ਲੰਬੀ मतलब ਸਭ ਤੋਂ ਲੰਬੀ ਇਹ ਪੋਇਮ ਹੈਗੀ। ਫਾਰਸੀ ਦੇ ਕਵੀ ਸੀਗੇ, मतलब ਪਰਸੀਅਨ ਪੋਇਟ ਸੀਗੇ, ਫਿਰਦੌਸੀ ਨੇ ਇਸ ਨੂੰ ਲਿਖਿਆ ਸੀਗਾ। ਹੁਣ ਆਉਂਦੇ ਨੇ ਆਪਣੇ ਰੀਜ਼ਨਿੰਗ ਦੇ ਕੁਐਸਚਨ। ਇਸ ਦੇ ਵਿੱਚੋਂ ਆਪਾਂ ਨੇ ਚੂਜ਼ ਕਰਨੀ ਹੈਗੀ ਰੋਂਗ ਟਰਮ ਕਿਹੜੀ ਹੈਗੀ। ਇਸ ਕੁਐਸਚਨ ਨੂੰ मतलब ਇਸ ਸੀਰੀਜ਼ ਨੂੰ ਮੈਂ ਦੋ ਪਾਰਟਸ ਦੇ ਅੰਦਰ ਡਿਵਾਈਡ ਕਰ ਲਿਆ। ਦੇਖੋ ਪਹਿਲਾਂ 5 9 11 15 17, ਦੂਜੀ ਲੈ ਲਈ ਹੈਗੀ 1 5 11 मतलब ਲਿਖੀ ਹੋਈ ਹੈ, ਠੀਕ ਹੈ। ਹੁਣ ਦੇਖੋ ਪਹਿਲੇ ਦੇ ਵਿੱਚ डिफरेंस किन्ने दा है? प्लस माइनस किन्ने दा है? पहला +4 हो रहे ने, फिर +2 +4 +2 हो रहे ने। सेम एज नीचे देखो +4 +2 +4 बट +2 नहीं हो रहा, तो उरे की है गलत हैगा। उरे की आना सीगा +2 होना सीगा, तो अंतर की आना सीगा 13, बट उरे है की है 12, तक गलत की हो गया अपना बी ऑप्शन 12 गलत है। इस जगह ते की आना सी उरे 13 आना सीगा, तां ये सही हो जानी सी सीरीज अपनी। नैक्सट आंदा गा ਇਹਦੇ ਵਿੱਚ ਵੀ ਆਪਣੇ ਫਿਲ ਕਰਨਾ ਹੈਗਾ ਅਲਫਾਨੁਮੈਰਿਕ ਸੀਰੀਜ਼ ਹੈਗੀ, ਇਹਨੂੰ ਵੀ ਆਪਣੇ ਡਿਵਾਈਡ ਕਰ ਲਿਆਗਾ ਸੀਰੀਜ਼ ਦੇ ਅੰਦਰ। ਪਹਿਲਾ ਫਸਟ ਲੈਟਰ ਲੈ ਲਿਆਗਾ Z X V T। ਹੁਣ ਇਹਦੇ ਵਿੱਚ ਕੀ ਹੈਗਾ? ਇੱਕ ਘਟ ਰਿਹਾ ਹੈਗਾ, ठीक है। Z तो Y मतलब घट गया तो X आ गया, X तो एक घटा के किहड़ा आ गया? V आ गया। तो सेम एज P तो एक घटाया आपां ने O तो बाद की आंदा अपना N, मतलब माइनस रिवर्सिबल टर्म चलते हैं। फिर लत्ते लास्ट अखर A D G J, ठीक है, M P। तो उरे की हैगा 2 का फर्क हो रहा हैगा। A तो बाद B ਅਸੀਂ ਛੱਡ ਰਹੇ ਹਾਂ, फिर D आ रहा, D तो बाद E F ਛੱਡਿਆ ਤਾਂ अप टू so on। ਤਾਂ P तो बाद ਕੀ ਕਰਾਂਗੇ ਆਪਾਂ? QR ਤੇ ਕੀ ਆ ਗਿਆ S। मतलब स्टार्टिंग ਦੇ ਵਿੱਚ ਆਪਣੇ ਕੋਲੇ ਕੀ ਆਏਗਾ? N ਆਏਗਾ, ਲਾਸਟ ਤੇ ਕੀ ਆਏਗਾ? S ਆਏਗਾ। ਵਿਚਾਰੇ ਕੁਝ ਮਰਜ਼ੀ ਹੋਵੇ। ਆਪਸ਼ਨ ਦੇਖੋ ਕਿਹੜਾ ਪਿਆ ਹੈਗਾ? ਆ ਪਿਆ ਹੈਗਾ, ਹੋਰ ਕੋਈ ਆਪਸ਼ਨ ਨਹੀਂ ਹੈਗਾ। 5 ਟਿਕ ਕਰ ਸਕਦੇ ਆ A, ਬਟ ਤੁਸੀਂ ਇਹ ਵੀ ਦੇਖ ਲਓ। ਹੁਣ ਦੂਜਾ ਅੱਖਰ ਕੀ ਹੈ ਵਿਚਾਲੇ ਆਪਣਾ? 1 2 6 21 88 445 ਲਿਖ ਲੈ ਤਾਂ ਕਿਵੇਂ ਬਣ ਰਿਹਾ ਹੈਗਾ? 1 + 1 ਮਲਟੀਪਲਾਈ ਬਾਈ 1, 2 + 1 ਮਲਟੀਪਲਾਈ ਬਾਈ 2। सीरीज ਨੂੰ ਮਲਟੀਪਲਾਈ ਕਰ ਰਿਹਾ, ਫਿਰ ਇੱਕ ਵਧਾ ਕੇ ਤਾਂ ਉਰੇ ਕੀ ਆਊਗਾ? ਮਲਟੀਪਲਾਈ ਕਰਾਂਗੇ 6 ਨੂੰ 6 ਨਾਲ 445 + 1 ਤਾਂ ਕਿੰਨਾ ਆ ਗਿਆ? 26 76। ਤਾਂ ਆਨਸਰ ਕੀ ਬਣ ਗਿਆ ਆਪਣਾ? ਆਪਸ਼ਨ A। ਪਹਿਲਾਂ N ਆਊਗਾ, ਫਿਰ 26 76 ਆਊਗਾ, ਫਿਰ ਪਿੱਛੇ ਕੀ ਆ ਜਾਊਗਾ ਆਪਣਾ? S ਆ ਜਾਊਗਾ। ਨੈਕਸਟ ਆਂਦਾ ਹੈਗਾ ਕਹਿੰਦੇ ਓਡ ਵਨ ਫਾਊਂਡ ਕਰਨਾ। ਹੁਣ ਦੇਖੋ ਸਿਰਿੰਜ ਹੁੰਦੀ ਹੈ ਆਪਣੀ, ਆਹ ਟਵੀਜ਼ਰ ਹੁੰਦਾ,
ਇਹ ਵਾਲਾ ਡ੍ਰੌਪਰ ਹੁੰਦਾ, ਇਹ ਵਾਲਾ ਸਟ੍ਰੋ ਹੁੰਦਾ ਆਪਣੇ ਪਾਸ। ਇਹ ਤਾਂ ਕਹਿੰਦੇ ਅਲੱਗ ਕੀ ਹੈ, ਟਵੀਜ਼ਰ ਅਲੱਗ ਹੈ। ਕਿਉਂ? ਕਿਉਂਕਿ ਬਾਕੀ ਤਿੰਨ ਦੇ ਉੱਪਰ ਤਾਂ ਹਵਾ ਦਾ ਪ੍ਰੈਸ਼ਰ ਪੈਂਦਾ, ਦਬਾਅ ਪੈਂਦਾ ਹੈਗਾ, 에ਅਰ ਦਾ ਪ੍ਰੈਸ਼ਰ। ਹੁਣ ਦੇਖੋ ਆਪਾਂ ਨੇ ਜਦੋਂ ਇੰਜੈਕਸ਼ਨ ਨੂੰ ਪ੍ਰੈਸ ਕਰਦੇ ਆ ਸਰਿੰਜ ਨੂੰ ਤਾਂ ਪ੍ਰੈਸ਼ਰ ਪੈਂਦਾ 에ਅਰ ਦਾ, ਸੇਮ ਐਜ਼ ਇਹਨੂੰ ਪ੍ਰੈਸ ਕਰਾਂਗੇ ਦੱਬਾਂਗੇ ਉਰੋਂ ਤਾਂ एयर ਦਾ ਪ੍ਰੈਸ਼ਰ ਹੋਏਗਾ। ਸੇਮ ਐਜ਼ ਆਪਾਂ ਪਾਣੀ ਪੀਵਾਂਗੇ ਜਾਂ ਕੁਝ ਲਿਕਵਿਡ ਪੀਵਾਂਗੇ ਸਟੋਰ ਆਹੀ ਤਾਂ ਉਹਦੇ ਪ੍ਰੈਸ਼ਰ ਲੱਗਦਾ। ਤਾਂ ਬਟ ਜਿਹੜਾ ਫ੍ਰੀਜ਼ਰ ਹੈਗਾ ਇਹਦੇ ਉੱਪਰ ਕੋਈ ਵੀ 에ਅਰ ਪ੍ਰੈਸ਼ਰ ਨਹੀਂ ਹੈਗਾ ਤਾਂ ਆਪਾਂ ਕੀ ਟਿਕ ਕੀਤਾ, ਉਹਦਾ ਆਪਸ਼ਨ ਬੀ, ਦੈਟ ਇਜ਼ ਅ ਔਡ ਵਨ ਆਊਟ ਹੈ। ਨੈਕਸਟ ਆਂਦਾ ਹੈਗਾ 4 ਦਾ ਲੈਟਰ ਦਾ ਗਰੁੱਪ ਦਿੱਤਾ ਹੋਇਆ, ਕਹਿੰਦੇ ਦੱਸੋ 3 ਇੱਕ ਨਾਲ ਦੇ ਨੇਗੇ, ਇੱਕ ਡਿਫਰੈਂਟ ਹੈ। ਤਾਂ ਆਪਾਂ ਇਹਨਾਂ ਦਾ ਪੈਟਰਨ ਫਾਈਂਡ ਕਰਾਂਗੇ। ਪਹਿਲਾਂ ਆਪਾਂ ਆਪਸ਼ਨ ਏ ਲੈ ਰਹੇ ਹਾਂਗੇ। ਹੁਣ ਦੇਖੋ A ਤੋਂ ਬਾਅਦ ਇੱਕ ਛੱਡਿਆ, B ਛੱਡ ਕੇ C, ਠੀਕ ਹੈ, A B C ਮਤਲਬ ਵਿਚਾਲੇ ਛੱਡ ਤੇ ਫਿਰ ਜਿਹੜਾ C ਤੋਂ ਬਾਅਦ ਕੀ ਆਂਦਾ, D ਤੇ E ਭਰ ਗਿਆ। ਆਹ ਚੀਜ਼ ਦੇਖੋ, A ਤੋਂ ਬਾਅਦ B, B ਤੋਂ ਬਾਅਦ C, ਆ ਖਾਲੀ ਨੇ, ਫਿਰ ਉਰੇ ਕੀ ਆਂਦਾ D ਤੇ E, ਐਂ ਚੱਲ ਰਿਹਾ ਹੈਗਾ। ਅਗਲਾ ਦੇਖੋ ਸੇਮ F ਤੋਂ ਬਾਅਦ G, G ਤੋਂ ਬਾਅਦ H, I ਤੋਂ ਬਾਅਦ J, ठीक है, सेम चल रही है, ओमे अगे बढ़ रहा, ओमे सेम एज अगली। बट जेड़ा ए वाला हैगा उरे फॉलो नहीं हो रहा। P तो बाद की आना सीगा, P तो बाद Q आना सी, बट उरे की आ गया T आ गया, तो ये की हो गया, गलत हो गया अपना ऑप्शन डी। नेक्स्ट आंदा है अपना क्वेश्चन, प्रशांत हैज 3 चिल्ड्रन। प्रशांत दे 3 बच्चे ने, कौन कौन? संगीता, बिमल ते आशीष। अपने ड्रॉ कर ले, लड़की नू सर्कल दे अंदर रखांगे, लड़के नू आपां बॉक्स दे अंदर रखांगे। आशीष मैरिड टू मोनिका, आशीष दा ब्याह किद नाल हो जांदा हैगा, मोनिका नाल हो जांदा, तां उरे रख लिया आपां ने मोनिका, ये रही मोनिका। हुण मोनिका दा एल्डेस्ट डॉटर ऑफ मिस्टर रॉय, मोनिका किहदी बेटी हैगी, मिस्टर रॉय दी बेटी हैगी, तां ये रहा इहदी बेटी बन गई है। नैक्सट आंदा अपना, हुण देखो कोई भी लिंक नहीं बन रहा, लास्ट लाइन ते शिफ्ट हो जाओ। समीर एंड अजय आर सन्स ऑफ आशीष एंड मोनिका, रश्मि इज डॉटर, ठीक है, समीर ते जेड़ा अजय ने, इस सन किदे ने, आशीष ते मोनिका दे ने। तां जेड़े आह समीर आ हरिया अजय, इस सन किदे नेगे, आशीष ते मोनिका दे ने। तां दोने आपां ने ड्रॉ करते। बाकी अपना कोई भी काम दा विच कोई काम नहीं हैगा। हुण क्वेश्चन देखो पहला, हाउ इज समीर रिलेटेड टू मोनिका's फादर, ठीक है, आ रहा समीर, मोनिका दा फादर कौन रहा, ए रहा मिस्टर एंड मिसिज रॉय। तो कहते जिहड़ा समीर दा की लग्या, इहदा लग्या है दोता, मतलब ग्रैंडसन लग्या, तो आंसर की आ गया अपने कोल इहदा सी। नैक्सट क्वेश्चन हैगा, हाउ इज मिसिज रॉय, जिहड़ी आ है मिसिज रॉय है, कहंदे ये किवें रिलेट करदी है शीश दे नाल, इहदी शीश दी की लगी, ये लगी इहदी सस, क्योंकि आ इहदी कुड़ी है, आ कौन हो गया इहदा जमाई, तां शीश दी की लगी ये सस, दैट इज अ मदर इन लॉ। हुण देखो अगर बाकी आप मत्था मारदे रहिंदे उस चीज ते, मतलब दिमाग लगांदे रहिंदे, कोई फायदा नहीं सीगा। 2 क्वेश्चन सिंपल सिंपल सीगे, अपने कोल आंसर उन्हां दे आ गए। इहनूं रीड करोगे तुहानूं पता चल जाएगा, ठीक है। नैक्सट आंदा अपने पास 6 फ्लैट नेगे, फेस करदे ने ਉਹ नॉर्थ ਤੇ साउथ ਨੂੰ। ਕਿਹੜੇ ਕਿਹੜੇ फ्लैट ने, P Q R S T U है। Q है ਜਿਹੜਾ ਉਹ नॉर्थ फेस फ्लैट ਤੇ बैठा हैगा। देखो ਹੁਣ अपने पास फ्लैट ਕਿਹੜੇ ਨੇ, नॉर्थ फेसिंग है ਤੇ साउथ फेसिंग है। क्यू कित्थे बैठा हैगा, जिहदा मूंह नॉर्थ वाल हैगा, मतलब क्यू दा फेस इदां नॉर्थ वाल है, इन्हां दा फेस नीचे साउथ वाल है। तो क्यू बैठ गया उरे, या तो क्यू उरे बैठूगा, या क्यू उरे बैठूगा, या क्यू उरे बैठूगा, ठीक है। नैक्सट आंदा हैगा एंड इज नॉट नैक्सट टू एस, मतलब क्यू दे नाल कौन नहीं बैठा, एस नहीं बैठा। हुण देखो जे आपां उरे बिठावांगे क्यू दे नाल एस, दूजी फिगर दे विच एस, ना तो एस उरे बैठे ना एस उरे बैठे, दैट मीनस ये फिगर की हो गई अपनी गलत, ये तो लवांगे ही नहीं। तो आप 2 फिगर्स रह गए अपने पास, केड़े केड़ियां, या तो एस उरे बैठूगा या एस अपना उरे बैठूगा, ठीक है। नेक्स्ट आंदा है एस एंड यू गेट डायगनली ऑपोजिट कॉर्नर फ्लैट्स, मतलब एस ते यू की ने ऑपोजिट बैठे ने, मतलब डायगनली। डायगनल किद्दां बनदा है, जिद्दां बॉक्स है अपने पास, आ चीज की हुंदी है डायगनल, तो हमें सेम की ने एस ते यू बैठे ने ऐदां, तो बैठा लिया आपां ने। आर इज नेक्स्ट टू यू, यू दे नाल कौन बैठा हैगा, आर बैठा हैगा, तो आर आपां ने बैठाता हैगा यू दे नाल। एंड गेट्स अ साउथ फेसिंग फ्लैट, टी गेट्स अ नॉर्थ फेसिंग फ्लैट, टी कित्थे बैठूगा, नॉर्थ फेसिंग, मतलब टी बैठ जूगा उरे ते उरे। हुण कौन बच गया, एक P उरे बच गया, P उरे बच गया, अपन ने लिखता, तो फिगर होगी पूरी अपनी ए वाली बन गई हैगी। हुण क्वेश्चन देखो, इफ फ्लैट्स ऑफ T एंड P आर इंटरचेंज, मतलब जिथे T बैठा उत्थे P बिठा दो, जिथे P बैठा उत्थे उहनूं T, मैं उल्टे कर दो, T दी जगह ते P, P दी जगह ते T बिठाते। हुज फ्लैट विल बी नेक्स्ट टू यू, तो यू दे नाल कौन बैठा हैगा, हुण आर बैठा हैगा। सैकंड फिगर देखो, यू दे नाल कौन बैठा हैगा, आर बैठा हैगा, उरे भी कौन बैठा हैगा, आर बैठा हैगा। आंसर की आ गया अपना सी ऑप्शन।
नेक्स्ट आंदा है विच पेयर ऑफ फ्लैट्स लाइक SU एंड डायगनली आर डायगनली ऑपोजिट टू ईच अदर, मतलब S दे ऑपोजिट कौन बैठेगा, U बैठेगा, तो इधर ये दूजे पासे कौन बैठेगा, PQ कह लो या QP कह लो। तो आंसर की आ गया अपने पास ए फिगर दे विच भी यही है, ठीक है। दोनों फिगर्स दे विच आंसर की बनता अपना PQ या QP। नेक्स्ट आंदा है the position of how many letters in the word wonderful will remain unchanged when the letters within the word are arranged alphabetically। wonderful letter ਸੀਗਾ, ਜਿਹੜੇ ਵੀ ਇਹਦੇ ਅੰਦਰ ਅੱਖਰ ਨੇਗੇ ਉਹਨੂੰ ਆਪਾਂ ਨੇ ਅਰੇਂਜ ਕਰ ਲਿਆਗਾ ਜਿੱਦਾਂ ਆਪਣੀ ABC ਦੇ ਅਕੋਰਡਿੰਗ ਆਉਂਦੇ ਨੇ alphabetically, ਮਤਲਬ ਪਹਿਲਾਂ D ਆਂਦਾ ਫਿਰ E ਫਿਰ ਅਪ ਟੂ ਸੋ ਜਿੰਨੇ ਵੀ ਹੈਗੇ ਨੇ ਉਹਨੂੰ ਆਪਾਂ ਨੇ ਕਰ ਲਿਆ। ਤੇ ਕਹਿੰਦੇ ਕਿੰਨੇ ਅੱਖਰ ਜਿਹੜੇ ਸੇਮ ਪਲੇਸ ਤੇ ਨੇ, ਕੱਲਾ U ਹੈ ਜਿਹੜਾ U ਦੇ ਉੱਥੇ ਬੈਠਾ ਹੈਗਾ, ਬਾਕੀ ਸਾਰੇ ਕੀ ਨੇ ਚੇਂਜ ਹੋ ਗਏ ਨੇ। ਤਾਂ ਆਨਸਰ ਕੀ ਬਣ ਗਿਆ ਆਪਣੇ ਕੋਲੇ ਆਪਸ਼ਨ B, दैट इज अ 1। ਇੱਕ ਅੱਖਰ ਇਹ ਜਿਹੜਾ उसे प्लेस के ऊपर बैठेगा अनचेंज्ड हैगा। नैक्सट आंदा क्वेश्चन कहते इस सीरीज के नंबर मैंशन किए हुए नेगे 1 for M 2 for K 4 for I अप टू सो ऑन। तो मैंने की किया सब नंबर देते हैं, M की वैल्यू 1 2 3 4 अप टू सो जिन्ने भी है सब नंबर देते हैं। अगे की पूछते हैं द सम ऑफ द वैल्यू ऑफ OB की वैल्यू कहते O कितने रहा आ सी B रहा आ सी, O की वैल्यू कितनी है 11, B की वैल्यू कितनी है 12, दोनों का सम किया कितना आ गया 23 आ गया। तो 23 तो कहते कि इक्वल है 23 रहा आ 23 के उपर कौन बैठेगा L। तो आंसर की आ गया अपने को ऑप्शन D L। नेक्स्ट आंदा है इन अ क्यू एक लाइन है, ठीक है। शिखर इज 9th फ्रॉम द बैक, पिछों तो 9वें नंबर ते बैठा है शिखर। अरुण इज प्लेस 8th फ्रॉम द फ्रंट, अगर अगों तो काउंट कर देंगे अरुण का रैंक आंदा है 8वें नंबर ते। निखिल इज पोजीशनड इन द मिडल ऑफ द रो, दोनों के विचाले बैठा है 2। निखिल इज पोजीशनड एट द मिडल ऑफ द 2, मतलब जिथे शिखर बैठा जिथे अरुण बैठा है दोनों के विचाले कौन बैठा है निखिल बैठा है। तो कहते दसो घट्टो घट लड़के किन्ने होणगे एक लाइन के अंदर एक क्यू दे विच। पहला तो आपने एक लाइन बना ली, आह अपनी लाइन की स्टार्टिंग है फ्रंट है, दूजे पासे की है बैक है। हुण फर्स्ट लाइन की कहंदी आपां शिखर इज 9th फ्रॉम दी बैक। हुण लाइन एक और ड्रॉ कर ली, पिछों तो शुरू करते हैं आपां 9 गिनने 1 2 3 4 5 6 7 8 9। तो 9 नंबर ते कौन बैठ गया शिखर बैठ गया, पिछों काउंट करन लगे सी आपां, ठीक है। हुण एक लाइन होर ड्रॉ की आपने अरुण प्लेस इज 8th फ्रॉम द फ्रंट। हुण आपां अग्गों तो शुरू करांगे, अरुण नूं कित्ते बिठाना आपने 8वें नंबर ते बिठाना 1 2 3 ऐदा काउंट करता 8वें नंबर ते कौन आ गया अरुण पहुंच गया 8वें नंबर ते। तो शिखर कित्ते बैठा है स्टार्टिंग ते बैठा है, वो तो उत्थे बैठा रहूगा, ठीक है। पिछे जिहड़ा लड़का वो भी उत्थे बैठा अपनी पोजीशन के उपर। तो ये बन गई पोजीशन। अगला लाइन की कहते हैं कि निखिल इज पोजीशन एट द मिडल ऑफ द 2, जिहड़ा निखिल हैगा इन्हां दोनों के विचाले बैठा है। निखिल दोनों के विचाले किवें बैठूगा, बैठ ही नहीं सकता क्योंकि आ 2 आंदे नेगे, आ वाले 2 नेगे। हुण 2 या तो उरे बैठूगा, सेंटर तो नहीं होया, तो निखिल कित्थे बैठ गया इन्हां दे विचाले हुए फस के बैठ गया, ठीक है, विच घुस गया इहदे। तो कौन आ गया है निखिल आ गया। तो हुण जे सारे बॉयज काउंट किते तो किन्ने आ गए आंसर 10। तुहानूं नंबर गिनो ये वाले किन्ने हो गए 1 2 3 4 5 6, तो सारे किन्ने बन गए ने 10 बच्चे ने जिहड़े घट्टो घट्ट एक लाइन दे विच बैठणगे। नैक्सट आंदा है द सेकंड डे ऑफ मंथ इज फ्राइडे, which of the following would be the last day of the next month which has 31 days। आप आंसर नहीं कर सकते, डाटा इनएडिक्यूट है। क्यों? क्योंकि आपां नूं इस वाले मंथ दे दिन गिवन नहीं हैगे, मतलब ये महीना 30 दा है 31 दा है या 28 दा है या 29 दा, आपां नूं कुछ भी मेंशन नहीं हैगा, तां करके आपां अगले महीने दे फाइंड नहीं कर सकते भी उसनूं किहड़ा दिन कौन किस दिन ते आएगा। नैक्सट आंदा गा सीरीज नूं फुल करना अपन क्वेश्चन मार्क की प्लेस के ऊपर। पहले का पैटर्न देखो की बन रहा है 8 गुना 6, मतलब ऊपर निचले मल्टीप्लाई कर रहे हैं अपन ते साइडा वाले माइनस कर रहे हैं गुना करके। तो की बन गया आ वाला 6 ते 8 नूं गुना की 8 6 48 माइनस 2 गुना 6 किया कितना आ गया 36। सेम है दूजा किया 7 गुना 8 माइनस 2 गुना 5 46। तो सेम पैटर्न अपन ए ते लगाता 7 गुना 10 ए वाला ते ए वाले दोनों गुना किते 7 नाल, ठीक है, माइनस 4 गुना 6 किया तो आंसर कितना आ गया 46। तो ऑप्शन बन गया बी अपना आंसर। नैक्सट आंदा है फिगर नूं फुल करना है। पहला अपने डिवाइड कर लिया कले अपने अल्फाबेट लै रहे हैं ए सी ठीक लिख ले। हुण ए तो बाद बी छड्ड के की आ गया सी तो बाद डी छड्ड के आ गया ई तो बाद एफ छड्ड के आ गया जी तो बाद छड्डिया एच आई जे छड्ड के की आ गया और के आ गया। तो फर्स्ट ते की आऊगा के वाला ऑप्शन आऊगा, ए बी एस सी चो आऊगा। हुण देखो सैकेंड वाला 2 4 6 2 + 4 करिए 6 आ गया, 3 + 5 करिए 8 आ गया, 5 + 9 करिए कितना आ गया 14 आ गया। या तुसी उल्टा भी देख सकते हो 2 + 5 3 करदे कितना आंदा 5 आंदा,
4 ਤੇ 5 ਕਰਦੇ ਆ 9 ਆਂदा, 6 ਤੇ 8 ਕਰਦੇ ਆ 14 आंदा। मतलब की आ गया आंसर K 14, सॉरी K 8 अपने फाइंड करना सीगा ये वाला, तो आंसर की आ गया K 8। नेक्स्ट आंदा है 3 of the 4 are alike in a certain way and so form a group। मतलब कोई 3 ਇੱਕ ਨਾਲ ਦੇ ਨੇ, ਇੱਕ ਨਹੀਂ ਹੈਗਾ। ਕਹਿੰਦੇ ਕਿਵੇਂ? ਹੁਣ ਦੇਖੋ ਜਿਹੜਾ 125 ਹੈ 5 ਦੀ ਕੀ ਹੁੰਦਾ? ਕਿਊਬ ਹੁੰਦਾਗਾ। 729 ਕਿਹਦਾ ਹੁੰਦਾਗਾ? 9 ਦੀ ਕਿਊਬ ਹੁੰਦਾਗਾ। 216 ਹੁੰਦਾਗਾ 6 ਦੀ ਕਿਊਬ। ਬਟ 525 ਹੈ ਕਿਸੇ ਦੀ ਕਿਊਬ ਨਹੀਂ ਹੁੰਦਾ, ਤਾਂ ਇਹ ਕੀ ਆ ਗਿਆ ਆਪਣਾ ਆਨਸਰ ਬੀ ਟਿਕ ਕਰ ਦਾਂਗੇ। ਨੈਕਸਟ ਆਂਦਾਗਾ ਆਪਾਂ ਨੇ ਰਿਲੇਸ਼ਨ ਫਾਈਂਡ ਕਰਨਾ ਹੈਗਾ। ਹੁਣ ਦੇਖੋ ਫਰਸਟ ਫਿਗਰ ਦੇ ਵਿੱਚ ਕੀ ਹੈਗਾ, ਜਿਹੜਾ ਆਪਾਂ ਦਿੱਤਾ ਹੋਇਆ ਗਿਵਨ ਪੇਅਰ 3 ਲਾਈਨਸ ਨੇ, ਤਾਂ 3 ਲਾਈਨ ਤੋਂ ਕੀ ਬਣ ਰਹੀ ਹੈ? ਫਿਗਰ ਬਣ ਰਹੀ ਹੈ 3 ਲਾਈਨਾਂ ਵਾਲੀ ਫਿਗਰ ਬਣ ਰਹੀ ਹੈ। ਹੁਣ ਦੇਖੋ ਇਹਦਾ ਆਨਸਰ ਕੀ ਆਏਗਾ? ਸੀ ਆਏਗਾ। 5 ਲਾਈਨਸ ਨੇ, 5 ਲਾਈਨ ਤੋਂ ਆਪਾਂ 5 वाली फिगर ड्रॉ कर रहे हैं, तो ये अपना ऑप्शन आ गया। हुण अगर इहनूं देखोगे लाइन्स 3 ने बट फिगर कादी है कि 4 लाइनां तो ये वाला कट हैगा। लाइन्स 4 ने बट फिगर 3 वाली है, तो ये भी नहीं करांगे। लाइन्स 5 ने बट फिगर 4 वाले, तो ये भी नहीं करांगे, तो अपना ये वाला आंसर सही है। नैक्सट आंदा गा, तो कहंदे इस फिगर नूं ड्रॉ करना है, दसो घट्टो घट्ट किन्ने लाइन्स दी आपां नूं लोड़ है। देखो 1 लाइन 2 3 4 5 6 7 8 9 10 11, ਤਾਂ ਇਸ ਫਿਗਰ ਨੂੰ ਬਣਾਉਣ ਦੇ ਲਈ ਆਪਾਂ ਨੂੰ ਘੱਟੋ ਘੱਟ ਕਿੰਨੇ ਲਾਈਨਸ ਚਾਹੀਦੀਆਂ ਨੇ? 11। ਬਟ ਪੇਪਰ ਦੇ ਵਿੱਚ ਆਨਸਰ ਕੀ ਦਿੱਤਾ ਹੋਇਆ ਸੀ ਤੁਹਾਡੇ? ਆਨਸਰ ਕੀ ਦੇ ਵਿੱਚ 12 ਆਨਸਰ ਹੈ, ਬਟ ਉਹ ਗਲਤ ਹੈਗਾ। ਠੀਕ ਹੈ, ਇਹਦਾ ਆਨਸਰ ਕੀ ਆਏਗਾ? 11 ਆਏਗਾ। ਆਪਸ਼ਨ ਡੀ ਕਰ ਲੈਣਾ ਔਰ ਚੇਂਜ ਇਹਨੂੰ। ਨੈਕਸਟ ਆਂਦਾਗਾ ਇਸ ਫਿਗਰ ਦੀ ਆਪਾਂ ਨੇ, ਇਹ ਆਪਾਂ ਨੂੰ ਗਿਵਨ ਫਿਗਰ ਹੈ ਫਸਟ ਵਾਲੀ। ਠੀਕ ਹੈ, ਇਹ ਵਾਲੀ ਇਹਦਾ ਆਪਾਂ ਦੱਸਣਾ ਵਾਟਰ ਮੇਜ਼ ਦੱਸਣੇ। ਵਾਟਰ ਮੇਜ਼ ਦੇ ਵਿੱਚ ਕੀ ਹੁੰਦਾਗਾ, ਚੀਜ਼ਾਂ ਉੱਪਰ ਨੀਚੇ ਹੋ ਜਾਂਦੀਆਂ ਨੇ ਬਟ ਸ਼ੇਪ ਕੀ ਰਹਿੰਦੀ ਉਹਨਾਂ ਦੀ ਸੇਮ ਰਹਿੰਦੀ ਹੈਗੀ। ठीक है, ट्रायंगल ट्रायंगल ही रहेगी, सर्कल सर्कल रहेगी। बट हुण ट्रायंगल ऊपर सीगी, ट्रायंगल नीचे आ गई, सर्कल नीचे सीगा, सर्कल ऊपर चला गया। तो ये वाला फिगर आ गया अपनी वाटर इमेज दी। नैक्सट आंदा अपना ए डाइस इज थ्रोन 3 टाइम्स, मतलब एक डाइस नूं 3 बार सिटिया गया हैगा। दसना हैगा अपने 3 दे ओपोजिट कौन आऊगा। हुण देखो फर्स्ट फिगर देखो 3 दे नाल कौन बैठा है? 1 ते 2, मतलब आ रहा 3, 3 दे उल्टे पासे कौन है? 1 ते 2। दूजी फिगर देखो 3 दे नाल कौन बैठा है? 1 ते 5, मतलब नाल, मतलब कह सकते आप। ठीक है, ਜਿਹੜਾ डाइस ਦੇ ਨਾਲ कौन है? 3 ਦੇ ਨਾਲ कौन बैठा अगली फिगर ਦੇ ਵਿੱਚ? 2 ਤੇ 4। ਹੁਣ ਜਦੋਂ ਕੰਬਾਈਨਡ ਕੀਤਾ ਤਾਂ ਕੌਣ ਕੌਣ ਆ ਗਿਆ? 3 ਦੇ ਨਾਲ 1 ਬੈਠਾ, 2 ਬੈਠਾ। ठीक है, 4 ਤੇ 5 ਜਿਹੜੇ ਰਿਪੀਟ ਨੇ ਉਹ ਛੱਡਤੇ ਆਪਾਂ ਨੇ, ਸਿੰਗਲ ਸਿੰਗਲ ਟਰਮ ਲਿਖ ਲੀਆਂ ਗਈਆਂ। मतलब देखो और तो अपना 1 ਤੇ 2 आ गया। 2 मिनट। ठीक है, आ रहा अपना 1 ਤੇ 2 फस्ट ਦੇ ਵਿੱਚੋਂ ਨਿਕਲ ਆਇਆ। ਹੁਣ ਦੂਜੀ ਫਿਗਰ ਦੇ ਵਿੱਚ 1 ਤੇ 5 ਸੀਗਾ, ਤਾਂ ਆਪਾਂ ਨੇ 1 ਛੱਡਤਾ, 5 ਲੈ ਲਿਆ। ਅਗਲੀ ਵਿੱਚ 2 ਲਿਖ ਲਿਆ ਸੀ ਆਲਰੇਡੀ, 4 ਲਿਖ ਲਿਆ ਨਾਲ। ਤਾਂ ਹੁਣ ਆਪਣੇ 3 ਦੇ ਨਾਲ 1 2 4 5 ਬੈਠੇ ਨੇ, ਕੌਣ ਬਚ ਗਿਆ ਹੈਗਾ? डाइस ਉੱਪਰ 6 ਨੰਬਰ ਹੀ ਹੁੰਦੇ ਨੇ, ਤਾਂ ਕੌਣ ਰਹਿ ਗਿਆ ਹੈਗਾ? 3 ਦੇ ਆਪੋਜ਼ਿਟ ਕੌਣ ਆਏਗਾ? 6 ਆਏਗਾ। ਤਾਂ ਆਨਸਰ ਕੀ ਬਣ ਗਿਆ ਆਪਣਾ? ਆਪਸ਼ਨ ਡੀ। ਨੈਕਸਟ ਆਂਦਾਗਾ ਵਾਚ ਦਾ ਕੁਐਸਚਨ ਹੈਗਾ। ਠੀਕ ਹੈ, ਇਹ ਵਾਚ ਸ਼ੋਡ ਅ 5 ਮਿੰਟ पास्ट 3 o'clock ऑन संडे इवनिंग, मतलब संडे ਨੂੰ ਉਹ ਟਾਈਮ ਦਿਖਾ ਰਿਹਾ ਹੈਗਾ 3:05 ਸ਼ਾਮ ਦੇ। बट व्हेन करेक्ट टाइम वाज 3 o'clock, बट सही टाइम कितना ਹੈਗਾ? 3 ਵਜੇ ਹੈ। दैट मीन्स घड़ी की हैगी 5 ਮਿੰਟ ਅੱਗੇ ਚੱਲ ਰਹੀ ਹੈਗੀ। ਅੱਗੇ ਕੀ ਕਹਿੰਦੇ ਨੇ? it loses uniformly and was observed to be 10 minutes slow on the subsequent Tuesday at 9 PM। ਅਗਲੇ ਦਿਨ 9 ਵਜੇ ਦਾ ਰਾਈਟ ਟਾਈਮ ਹੈਗਾ, सही तो है, बट वो की है कि 10 मिनट की है पिछे चल रही है। मतलब 9 तो 10 मिनट घट के टाइम कितना हो गया अपना? 8:50 हो गया मंगलवार दे। तो ये चीज होगी। ਤਾਂ ਕਹਿੰਦੇ ਪੁੱਛ ਰਹੇ ਨੇਗੇ ਸੰਡੇ 3 ਸ਼ਾਮ ਦੇ 3 ਇਸ ਟਾਈਮ ਤੋਂ ਲੈ ਕੇ ਮੰਡੇ ਟਿਊਜ਼ਡੇ ਦੇ ਇਹ ਦਿਨ ਦੇ ਵਿਚਾਲੇ ਜਿਹੜੀ ਘੜੀ ਹੈਗੀ ਕਿਸ ਟਾਈਮ ਦੇ ਵਿੱਚ ਜਿਹੜਾ ਟਾਈਮ ਹੈਗਾ ਬਿਲਕੁਲ ਸਹੀ ਟਾਈਮ ਦੱਸੂਗੀ ਘੜੀ। ਤਾਂ ਆਪਾਂ ਕੱਢਣਾ ਕੀ ਹੈਗਾ? ਹੁਣ ਦੇਖੋ ਉਰੇ 5 ਮਿੰਟ ਅੱਗੇ ਸੀਗੀ, ਉਰੇ 10 ਮਿੰਟ ਪਿੱਛੇ ਹੈ, ਤਾਂ ਕਿੰਨੇ ਮਿੰਟ ਦਾ ਫਰਕ ਆ ਗਿਆ? 15 ਮਿੰਟ ਦਾ ਫਰਕ ਆ ਗਿਆ। ਹੁਣ ਉਰੇ ਟਾਈਮ ਕਿੰਨਾ ਸੀਗਾ ਆਪਣਾ? संडे ਦੇ 3 ਵਜੇ ਤੋਂ ਲੈ ਕੇ ਟਿਊਜ਼ਡੇ ਦੇ 9 ਵਜੇ ਤੱਕ ਕਿੰਨੇ ਘੰਟੇ ਹੋ ਗਏ ਨੇ? 54 ਘੰਟੇ ਹੋ ਗਏ ਨੇ। ਕੱਢ ਲਿਆ ਆਪਾਂ ਨੇ। ਤਾਂ 5 ਮਿੰਟ ਦੇ ਵਿੱਚ ਕਿੰਨੇ ਘੰਟੇ ਹੋ ਗਏ ਨੇ ਆਪਣੇ? 18। ਜਦੋਂ ਨੂੰ ਕਟਿੰਗ ਕਰੋਗੇ ਤੁਸੀਂ ਕਿੰਨਾ ਆ ਜਾਏਗਾ? 18 ਆ ਜਾਏਗਾ 5 ਮਿੰਟ ਦਾ। ਤਾਂ ਹੁਣ ਪੁੱਛਿਆ ਕੀ ਹੈ ਇਹਨਾਂ ਨੇ ਆਪਾਂ ਨੂੰ? ਸਹੀ ਟਾਈਮ ਪੁੱਛਿਆਗਾ। ਸੰਡੇ ਨੂੰ ਔਨ ਸੰਡੇ ਨੂੰ 3 ਵਜੇ ਸਹੀ ਟਾਈਮ ਸੀਗਾ, ਤਾਂ 18 ਘੰਟੇ ਬਾਅਦ ਜਿਹੜਾ ਐਡ ਕੀਤੇ ਤਾਂ ਕਿੰਨਾ ਟਾਈਮ ਹੋ ਗਿਆ ਆਪਣਾ? ਮੰਡੇ ਦੇ ਸਵੇਰ ਦੇ 9 ਵਜੇ ਜਿਹੜਾ ਘੜੀ ਹੈਗੀ ਉਹ ਸਹੀ ਟਾਈਮ ਸ਼ੋ ਕਰੂਗੀ। ਤਾਂ ਆਨਸਰ ਕੀ ਆ ਗਿਆ ਆਪਣਾ? ਆਪਸ਼ਨ ਡੀ ਰਾਈਟ ਆਨਸਰ ਹੈ। नेक्स्ट शुरू हो गया अपना मेंस्ट्रुएशन। फाइंड द एरिया ऑफ द शेडेड रीजन। हुण देखो फिगर दे विच शेडेड रीजन केड़ा हैगा? आ वाला हैगा। एक्चुअली शो नहीं हो रहा, आ वाली चीज ਜਿਹੜੀ ਹੈ ਇਹ शेडेड रीजन है। सर्कल ਦੇ ਬਾਹਰਲਾ ਪਾਸਾ, बॉक्स ਦੇ अंदर वाला। ठीक है, एरिया लाइंग इनसाइड द स्क्वायर ऑफ अ साइड 14 सेंटीमीटर आउटसाइड द सर्कल।
देखो पहला तो आप की करांगे एक स्क्वेयर दे एरिया दे विचों चारों सर्कल दा एरिया माइनस कर देंगे तो अपने पास की आ जाएगा शेडेड रीजन दा एरिया आ जाएगा। हुण देखो आ भी अपन दिता है 14 सेंटीमीटर आ भी 14 है आ भी 14 है ते आ भी 14 मतलब एक स्क्वेयर साइड कितनी है 14 तो आप एरिया ऑफ स्क्वेयर का फॉर्मूला की हुंदा हैगा उस साइड दी स्क्वेयर तो 14 गुना 14 कितना कितना आ गया 196 तो हुण हुंदा अपने पास अगले चार सर्कल ने आ लाइन कितनी है 14 एक सर्कल किन्ने दा रह गया अद्धा 7 दा ਇਹਦਾ रेडियस आ गया सॉरी डायमीटर आ गया रेडियस कितना आएगा 7 ਦਾ ਹਾਫ ਕਿੰਨਾ ਹੁੰਦਾ ਹੈਗਾ 3.5 ਤਾਂ ਕਿੰਨਾ ਆ ਗਿਆ रेडियस 3.5 ਆ ਗਿਆ। ਹੁਣ ਸਰਕਲ ਦਾ ਫਾਰਮੂਲਾ ਕੀ ਹੁੰਦਾ ਹੈਗਾ ਪਾਈ ਆਰ ਸਕੁਅਰ ਬਟ ਆਪਾਂ ਨੇ ਕੱਢਣਾ ਕਿੰਨਾ ਹੈਗਾ ਚਾਰ ਸਰਕਲ ਦਾ ਕੱਢਣਾ ਤਾਂ ਕੀ ਲਗਾਵਾਂਗੇ ਆਪਾਂ 4 ਪਾਈ ਆਰ ਸਕੁਅਰ ਤਾਂ ਵੈਲਿਊਜ਼ ਫਿਲ ਕਰਤੀਆਂ 4 ਪਾਈ ਦੀ ਵੈਲਿਊ ਕਿੰਨੀ ਹੁੰਦੀ ਹੈ 22/7 ਆਰ ਦੀ ਵੈਲਿਊ ਕਿੰਨੀ ਹੈਗੀ 3.5 3.5 ਇਹਨੂੰ ਸੋਲਵ ਕੀਤਾ ਕਿੰਨਾ ਆ ਗਿਆ 154 ਹੁਣ ਦੋਨੇ ਮਾਈਨਸ ਕਰਤੇ ਆ ਸਕੁਅਰ ਦਾ ਏਰੀਆ ਤੇ ਸਰਕਲ ਦਾ ਏਰੀਆ जो माइनस किते कितना आ गया अपने पास आंसर 42 तो आंसर कितना बन गया 42 सेंटीमीटर स्क्वायर आंसर अपने पास आ गया ਇਹਦਾ। नेक्स्ट आंदा है द एरिया ऑफ अ rhombus is 240 सेंटीमीटर स्क्वायर एंड वन ऑफ डायगोनल इज 16 सेंटीमीटर द अदर डायगोनल। हुण अपने पास फार्मूला की हुंदा हैगा एरिया ऑफ rhombus ਦਾ फार्मूला हुंदा हैगा 1/2 प्रोडक्ट ऑफ डायगोनल्स हुंदा हैगा। एरिया ऑफ rhombus किन दिता होया ਆਪਾਂ ਨੂੰ 240 1/2 हैगा ही हैगा एक डायगोनल दिता होया ਆਪਾਂ ਨੂੰ 16 दूजा ਆਪਾਂ ने d2 बन लिया ਤੇ वैल्यू ਕੱਢ ਲਈ ਕਿੰਨਾ ਆ ਗਿਆ 30 आंसर आ गया अपना ਇਹਦਾ मतलब फार्मूला ਤੁਹਾਨੂੰ पता होना चाहिए हैगा तो सिंपली क्वेश्चन अपने पास सॉल्व हो जाएगा। नेक्स्ट आंदा हैगा एक ट्रेपीजियम ਦਿੱਤੀ ਹੋਈ ਹੈਗੀ द लेंथ ऑफ द फेंस फेंस ਦਾ मतलब ਕੀ ਹੁੰਦਾ ਹੈਗਾ ਪੈਰੀਮੀਟਰ द फेंस ऑफ अ ट्रेपीजियम शेप्ड फील्ड ए बी सी डी इज 120 मतलब ਆ ਜਿਹੜੀ ਫਿਗਰ ਬਣੀ ਹੋਈ ਹੈਗੀ ए बी सी डी ਸਾਰੇ ਕਿੰਨੀ ਹੈਗੀ ਆਪਣੇ ਪਾਸ 120 ਹੈ ਇਹ इफ BC इज 48 BC ਕਿੰਨਾ ਹੈਗਾ 48 ਲਿਖ ਲਿਆ ਉਰੇ ਠੀਕ ਹੈ ਫਿਗਰ ਦੇ ਉੱਪਰ CD ਕਿੰਨਾ ਹੈਗਾ 17 ਲਿਖ ਲਿਆ AD ਕਿੰਨਾ 40 ਹੈ ਬਟ ਆਪਣੇ ਪਾਸ AB ਨਹੀਂ ਹੈਗਾ ਤਾਂ ਆਪਾਂ ਕੱਢਾਂਗੇ ਇਹਨੂੰ ਫਾਈਂਡ ਕਰਾਂਗੇ। Find the area of this field. The side of side AB is perpendicular to the parallel side AD and BC. ਜਿਹੜਾ ਕਹਿੰਦੇ AB ਹੈ ਆ ਵਾਲਾ A ਤੇ B ਇਹ perpendicular ਹੈ ਕਿਹਦੇ ਜਿਹੜੇ parallel side ਨੇ AD ਤੇ BC ਦੇ perpendicular ਹੈ ਤਾਂ ਇਹ ਆਪਾਂ ਡਰਾ ਕਰ ਲਿਆ ਇਦਾਂ। ਹੁਣ ਦੇਖੋ ਫਾਰਮੂਲਾਸ ਦੇਖੋ ਪਹਿਲਾਂ ਏਰੀਆ ਆਫ ਟ੍ਰੈਪੀਜ਼ियम ਦਾ ਫਾਰਮੂਲਾ ਕੀ ਹੁੰਦਾ ਹੈਗਾ 1/2 sum of parallel sides मल्टीप्लाई डिस्टेंस बिटवीन पैरेलल साइड्स दोनों का डिस्टेंस कितना हैगा तो यही चीज लिख ली अपन ने 1/2 सम ऑफ पैरेलल साइड्स केड़ियां हो गईयां AD ते BC AD प्लस BC मल्टीप्लाई डिस्टेंस केड़ा आ गया जेड़ा परपेंडिकुलर हुंदा हैगा दैट इज A ते B ਤੇ ਪੈਰੀਮੀਟਰ ਆਫ ਟ੍ਰੈਪੀਜ਼ियम ਦਾ ਫਾਰਮੂਲਾ ਕੀ ਹੁੰਦਾ ਹੈਗਾ ਸਾਰੀਆਂ ਸਾਈਡਸ ਦਾ ਪਲੱਸ ਕਰ ਦੋ। ਹੁਣ ਆਪਾਂ ਇਹ ਤਾਂ ਕੀ ਕੀਤਾ ਸਾਰੀਆਂ ਸਾਈਡ ਦਾ ਪਲੱਸ ਕੀਤਾ ਆਪਾਂ ਨੂੰ ਗਿਵਨ ਕਿੰਨਾ ਹੈਗਾ एरिया ਦਾ सॉरी ਪੈਰੀਮੀਟਰ ਕਿੰਨਾ ਗਿਵਨ ਹੈਗਾ 120 तो ਉਹ ਵੈਲਿਊਜ਼ ਫਿਲ ਕਰਤੀਆਂ ਆਪਾਂ ਨੇ ਤਾਂ AB ਦੀ ਵੈਲਿਊ ਕਿੰਨੀ ਆ ਗਈ ਆਪਣੇ ਪਾਸ 15 ਤਾਂ ਆਪਾਂ ਨੇ ਲਿਖ ਲਿਆ ਔਰ 15। ਹੁਣ ਆਪਾਂ ਇਹਨੂੰ ਫੁੱਲ ਆਪਾਂ ਨਿਕਾਲ ਸਕਦੇ ਏਰੀਆ ਆਫ ਟ੍ਰੈਪੀਜ਼ियम ਸਾਰਾ ਕੁਝ ਆਪਣੇ ਪਾਸ ਹੈਗਾਗਾ 1/2 AD ਦੀ ਵੈਲਿਊ ਕਿੰਨੀ ਹੈ 40 BC ਦੀ ਵੈਲਿਊ ਕਿੰਨੀ ਹੈ 48 ਮਲਟੀਪਲਾਈ AB ਕਿੰਨਾ ਆਪਣੇ ਪਾਸ 15 ਇਹਨੂੰ ਸੋਲਵ ਕੀਤਾ ਕਿੰਨਾ ਆਨਸਰ ਆ ਗਿਆ ਆਪਣੇ ਪਾਸ 660 ਆ ਗਿਆ ਇਹਦਾ ਆਨਸਰ ਆਪਸ਼ਨ B ਇਜ਼ ਆਨਸਰ। नेक्स्ट आंदा है द डायगोनल ऑफ अ क्वाड्रिलेटरल शेप्ड फील्ड इज 24 मतलब एक फिगर अपने पास की है क्वाड्रिलेटर हैगा ठीक है ਉਹਦਾ डायगोनल कितना अपने पास 24 ਆਪਾਂ ਨੂੰ ਦਿੱਤਾ ਹੋਇਆ एंड द परपेंडिकुलर ड्रॉप्ड ऑन इट फ्रॉम द रिमेनिंग ऑपोजिट वर्सेस आर 8 ਤੇ 13 ਕਹਿੰਦੇ ਦੂਸਰੇ ਪਾਸੇ परपेंडिकुलर ਗਿਰ ਰਹੇ ਨੇ ਡ੍ਰੌਪ ਕਰ ਰਹੇ ਨੇ ਆ ਕਿੰਨਾ ਲੈ ਲਿਆ ਆਪਾਂ ਨੇ 8 ਲੈ ਲਿਆ ਦੂਸਰੇ ਪਾਸੇ ਕਿੰਨਾ ਆ ਗਿਆ ਆਪਣੇ ਪਾਸ ਇਹ 13 ਆ ਗਿਆ ਤਾਂ ਕਹਿੰਦੇ ਆਪਾਂ ਨੇ ਏਰੀਆ ਕੱਢਣਾ। ਹੁਣ ਦੇਖੋ ਜੋ ਦੋ ਫਿਗਰਸ ਬਣ ਰਹੀਆਂ ਟ੍ਰਾਇੰਗਲ ਬਣ ਰਹੀਆਂ ਨੇ ਇੱਕ ਆ ਟ੍ਰਾਇੰਗਲ ਬਣ ਰਹੀ ਹੈ ਇੱਕ ਨੀਚੇ ਬਣ ਰਹੀ ਹੈਗੀ ਫਾਰਮੂਲਾ ਕੀ ਹੋ ਗਿਆ ਇਹਦਾ ਏਰੀਆ ਆਫ ਕੁਆਡਰੀਲੇਟਰ ਕੀ ਹੁੰਦਾ ਹੈਗਾ ਏਰੀਆ ਆਫ ਫਰਸਟ ਟ੍ਰਾਇੰਗਲ ਪਲੱਸ ਏਰੀਆ ਆਫ ਸੈਕੰਡ ਟ੍ਰਾਇੰਗਲ ਇਹੀ ਬਣੂਗਾ ਇਸ ਦੇ ਵਿੱਚ ਦੋ ਟ੍ਰਾਇੰਗਲਸ ਨੇਗੀਆਂ ਤਾਂ ਹੁਣ ਏਰੀਆ ਆਫ ਟ੍ਰਾਇੰਗਲ ਕੀ ਹੁੰਦਾ ਹੈਗਾ 1/2 ਬੇਸ ਇਨਟੂ ਹਾਈਟ ਤਾਂ ਆਪਾਂ ਨੇ ਇਹਦੇ ਵਿੱਚ ਪੁੱਟ ਕੀਤੀ ਵੈਲਿਊਜ਼ ਆਨਸਰ ਕਿੰਨਾ ਆ ਗਿਆ 252 ਮੀਟਰ ਸਕੁਅਰ ਆਨਸਰ ਆਪਣੇ ਪਾਸ ਇਹਦਾ ਆ ਗਿਆ ਆਪਸ਼ਨ ਸੀ। Next आंदा what is the area in square feet if the triangle whose sides have lengths equal to 10 6 and 8 feet ਪਹਿਲਾਂ ਕੀ ਕੱਢਾਂਗੇ ਆਪਾਂ ਦੇਖਾਂਗੇ ਕਿਹੜੀ ਟ੍ਰਾਇੰਗਲ ਹੈ ਇਹ ਜਦੋਂ ਇਹਨੂੰ ਸੋਲਵ ਕੀਤਾ ਤਾਂ ਕਿਹੜੀ ਟ੍ਰਾਇੰਗਲ ਬਣਦੀ ਆਪਣੇ ਪਾਸ ਇਹ ਰਾਈਟ ਐਂਗਲ ਟ੍ਰਾਇੰਗਲ ਬਣਦੀ ਹੈ ਕਿਉਂਕਿ हाइपोटेन्यूज हो गया अपना आधार बेस ते करंट ने मतलब ओदे अकॉर्डिंग फार्मूला लगाया तो की बन गया है राइट एंगल ट्रायंगल बन गया तो फार्मूला की हुंदा राइट एंगल ट्रायंगल दा 1/2 बेस इनटू हाइट जिन्होंने सोल्व किया कितना आ गया 1/2 6 गुना 8 आ अपना की है हाइपोटेन्यूज है ठीक है आ अपना बेस है आ अपनी हाइट है तो आंसर कितना आ गया अपने पास 24।
ਨੈਕਸਟ ਆਂਦਾ ਹੈਗਾ a cone of a height 7 centimeter and base diameter 6 is made from a rectangular block of wood of dimensions। ਹੁਣ ਦੇਖੋ ਲੱਕੜ ਦਾ ਇੱਕ ਬਾਕਸ ਹੈਗਾ ਇਹ ਵਾਲਾ, ਠੀਕ ਹੈ, ਰੈਕਟੈਂਗੂਲਰ ਬਲੌਕ ਹੈ, ਇਹਦੇ ਸਾਈਡਸ ਕਿੰਨੀਆਂ ਨੇ, ਇੱਕ 10 ਹੈ, ਇੱਕ 5 ਹੈ, ਇੱਕ 2 ਹੈ, ਠੀਕ ਹੈ, ਆ 2 ਹੋ ਗਿਆ ਆਪਣੇ ਪਾਸ, 10 ਹੋ ਗਿਆ, ਠੀਕ ਹੈ, ਇੱਕ 5 ਹੋ ਗਿਆ, ਏਦਾਂ, ਠੀਕ ਹੈ। ਤੇ ਇਹਨੂੰ ਕਹਿੰਦੇ ਕੀ ਹੈਗਾ, ਆਪਾਂ ਨੇ ਇਹ ਤੋਂ ਕੋਨ ਬਣਾਣੀ ਹੈਗੀ, ਕੋਨ ਦੀ ਹਾਈਟ ਕਿੰਨੀ ਹੈ, 7 ਹੈ, ਡਾਇਮੀਟਰ ਕਿੰਨਾ ਉਹਦਾ 6 ਹੈ। ਤਾਂ ਆਪਾਂ ਨੇ ਦੱਸਣਾ ਹੈਗਾ ਇਸ ਲੱਕੜ ਤੋਂ ਜਦੋਂ ਕੋਨ ਬਣਾਵਾਂਗੇ ਜਿਹੜੀ ਲੱਕੜ ਬਚੂਗੀ, ਵੇਸਟ ਹੋਊਗੀ, ਉਹ ਕਿੰਨੀ ਹੈਗੀ। ਪਹਿਲਾਂ ਦੇਖੋ ਲੱਕੜ ਹੈਗੀ, ਬਾਕਸ ਹੈ ਆਪਣੇ ਪਾਸ, ਇਹਦਾ ਆਪਾਂ ਕੀ ਕੱਢਾਂਗੇ, ਵੋਲੀਅਮ ਨਿਕਾਲਾਂਗੇ। ਵੋਲੀਅਮ ਦਾ ਫਾਰਮੂਲਾ ਕੀ ਹੁੰਦਾ ਹੈਗਾ, L into B into H, ਦੈਟ ਇਜ਼ ਦਾ ਕਿੰਨਾ ਆ ਗਿਆ, 100 ਸੈਂਟੀਮੀਟਰ ਕਿਊਬ ਆ ਗਿਆ। ਹੁਣ ਆਪਾਂ ਨੇ ਕਿਸ ਤੋਂ ਕੀ ਬਣਾਉਣਾ, ਕੋਨ ਬਣਾਣੀ ਹੈਗੀ। ਕੋਨ ਦਾ ਫਾਰਮੂਲਾ ਕੀ ਹੁੰਦਾ ਹੈਗਾ, 1/3 ਪਾਈ r ਸਕੁਅਰ h ਇਕੁਅਲ ਟੂ 3 ਤਾਂ ਹੈਗਾ ਹੀ ਹੈ। ਪਾਈ ਦੀ ਵੈਲਿਊ ਕਿੰਨੀ ਹੈ, 22/7। r ਕਿੰਨੀ ਹੈਗੀ ਆਪਣੇ ਪਾਸ, ਡਾਇਮੀਟਰ ਦਾ ਅੱਧ ਕਰ ਦੋ, 2 ਨਾਲ ਡਿਵਾਈਡ ਕੀਤਾ ਕਿੰਨਾ ਆ ਗਿਆ ਰੇ, 3। ਤਾਂ r ਕਿੰਨੀ ਹੋ ਗਈ, 3। h ਕੀ ਹੋ ਗਿਆ ਆਪਣਾ, ਹਾਈਟ 7। ਤਾਂ ਸੋਲਵ ਕੀਤਾ ਕਿੰਨਾ ਆ ਗਿਆ, 66 ਸੈਂਟੀਮੀਟਰ ਸਕੁਅਰ ਆਪਣਾ। ਹੁਣ ਮਾਈਨਸ ਕਰਤੇ ਦੋਨੇ, ਤਾਂ ਜਿਹੜੀ ਲੱਕੜ ਵੇਸਟ ਹੋਈ ਸੀ ਉਹ ਕਿੰਨੀ ਆ ਗਈ, 34। ਬਟ ਇਹਨਾਂ ਨੇ ਆਪਾਂ ਨੂੰ ਕੀ ਪੁੱਛੀ ਹੈਗੀ, ਲੱਕੜ ਦੀ ਪਰਸੈਂਟੇਜ ਪੁੱਛੀ ਹੈਗੀ। ਤਾਂ ਪਰਸੈਂਟੇਜ ਦਾ ਫਾਰਮੂਲਾ ਕੀ ਹੁੰਦਾ ਹੈਗਾ, ਪਰਸੈਂਟੇਜ ਆਫ ਆ ਵੁੱਡ ਵੇਸਟਡ ਦਾ ਹੁੰਦਾ ਹੈਗਾ ਜਿੰਨੀ ਲੱਕੜ ਵੇਸਟ ਹੋਈ ਹੈਗੀ ਬਟੇ ਵੋਲੀਅਮ ਆਫ ਦਾ ਕਿਊਬਾਈਡ ਬਲੌਕ ਮਲਟੀਪਲਾਈ 100। ਤਾਂ 34 ਆਈ ਸੀ ਵੇਸਟ ਲੱਕੜ, ਵੋਲੀਅਮ ਕਿੰਨਾ ਆਇਆ ਸੀ ਕਿਊਬਾਈਡ ਦਾ, 100 ਆਇਆ ਸੀਗਾ, ਤੇ ਨਾਲ 100 ਹੈਗਾ। ਇਹ ਜੋ ਸੋਲਵ ਕੀਤਾ ਕਿੰਨਾ ਆ ਗਿਆ ਆਪਣੇ ਪਾਸ, 34% ਇਹਦਾ ਆਂਸਰ ਆ ਗਿਆ, ਆਪਸ਼ਨ ਡੀ। ਨੈਕਸਟ ਆਂਦਾ ਹੈਗਾ ਇਨ ਅ ਟ੍ਰਾਇੰਗਲ one angle is twice the other and their sum is the third angle। ਆਪਾਂ ਨੇ ਇੱਕ ਮੰਨ ਲਿਆ ਆਪਾਂ ਨੇ x, ਦੂਜਾ ਕੀ ਆ ਜਾਊਗਾ ਉਹਦਾ ਡਬਲ ਹੈਗਾ 2x, ਤੀਜਾ ਕੀ ਹੈ ਦੋਨਾਂ ਦਾ ਸਮ ਹੈਗਾ। ਤਾਂ x + 2x ਕੀਤਾ ਕਿੰਨਾ ਆ ਗਿਆ, 3x ਕੀਤਾ। ਤੇ ਤਿੰਨਾਂ ਦਾ ਪਲੱਸ ਕਿੰਨਾ ਹੁੰਦਾ ਹੈਗਾ, 180 ਹੁੰਦਾ ਹੈਗਾ। ਕੋਈ ਵੀ ਟ੍ਰਾਇੰਗਲ ਦੇ ਸਾਈਡਸ ਦਾ ਪਲੱਸ ਕਰਦੇ ਆਪਾਂ, ਠੀਕ ਹੈ, 180 ਐਂਗਲ ਹੁੰਦਾ ਉਹਦਾ। ਸੋਲਵ ਕੀਤਾ ਕਿੰਨਾ ਆ ਗਿਆ, x ਦੀ ਵੈਲਿਊ 30 ਆ ਗਈ। ਤਾਂ x 30 ਹੈ, ਦੂਜਾ ਕਿੰਨਾ ਆ ਜਾਊਗਾ ਆਪਣੇ ਪਾਸ, ਡਬਲ ਕੀਤਾ ਉਹਦਾ 60, ਦੋਨਾਂ ਪਲੱਸ ਕੀਤਾ ਕਿੰਨਾ ਆ ਗਿਆ 90। ਤਾਂ ਆਂਸਰ ਕੀ ਬਣ ਗਿਆ ਆਪਣੇ ਪਾਸ, ਆਪਸ਼ਨ ਏ। ਹੁਣ ਅਗਰ ਤੁਸੀਂ ਬਾਈ ਆਪਸ਼ਨ ਚੂਜ਼ ਕਰ ਦਿਓਗੇ ਤਾਂ ਤੁਹਾਨੂੰ ਲੱਗੇਗਾ ਆਪਸ਼ਨ ਬੀ ਵੀ ਸਹੀ ਹੈ, ਬਟ ਇਹ ਸਹੀ ਨਹੀਂ ਹੈਗਾ। ਆ ਤਾਂ ਡਬਲ ਹੋ ਗਿਆ, ਪਲੱਸ 60 ਵੀ ਆਂਦਾ, ਬਟ ਜਿਹੜਾ ਸਾਰਿਆਂ ਦਾ ਪਲੱਸ ਕਰਦੇ ਮੇਰੇ ਪਾਸ 180 ਨਹੀਂ ਆਂਦਾ, ਤਾਂ ਕਰਕੇ ਇਹ ਆਪਸ਼ਨ ਆਪਣਾ ਨਹੀਂ ਬਣੇਗਾ। ਤਾਂ ਆਂਸਰ ਕੀ ਆਏਗਾ ਆਪਣੇ ਪਾਸ, ਆਪਸ਼ਨ ਏ ਹੀ ਆਏਗਾ। ਨੈਕਸਟ ਆਂਦਾ ਹੈਗਾ ਇੱਕ ਕਹਿੰਦੇ ਪਾਣੀ ਦਾ ਭਰਿਆ ਹੋਇਆ ਬਰਤਨ ਹੈਗਾ, ਉਹਦਾ weight ਕਿੰਨਾ ਹੈਗਾ, 16.5 ਕਿਲੋ। ਅਗਰ ਪਾਣੀ ਦਾ ਚੌਥਾ ਹਿੱਸਾ ਹੈਗਾ ਤਾਂ ਉਹਦਾ weight ਕਿੰਨਾ ਹੈਗਾ, 5.25 ਹੈ। ਤਾਂ ਕਹਿੰਦੇ ਦੱਸੋ ਜਿਹੜਾ ਖਾਲੀ ਬਰਤਨ ਉਹਦਾ weight ਕਿੰਨਾ ਹੈਗਾ। ਹੁਣ ਦੇਖੋ ਜਿਹਦੇ ਵਿੱਚ ਇੱਕ ਬਰਤਨ ਹੈਗਾ, ਜੱਗ ਲਗਾ ਲਓ, ਜੱਗ ਦੇ ਵਿੱਚ ਪਾਣੀ ਹੈ ਤਾਂ ਉਹਦੇ ਵਿੱਚ ਪਾਣੀ ਦਾ weight ਵੀ ਹੈ ਤੇ ਜੱਗ ਦਾ weight ਵੀ ਹੈ। ਅਗਰ ਪਾਣੀ ਚੌਥਾ ਹਿੱਸਾ ਹੈਗਾ ਤਾਂ ਵੀ ਚੌਥਾ ਹਿੱਸਾ ਪਾਣੀ ਹੋ ਗਿਆ ਤੇ ਖਾਲੀ ਜੱਗ ਦਾ weight ਹੋ ਗਿਆ, ਠੀਕ ਹੈ। ਤਾਂ ਇਹੀ ਚੀਜ਼ ਹੈ, ਖਾਲੀ ਜੱਗ ਨੂੰ ਕਿੰਨਾ ਮੰਨ ਲਿਆ ਆਪਾਂ ਨੇ, ਐਮਪਟੀ ਵੈਸਲ ਕਿੰਨਾ ਲੈ ਲਿਆ ਆਪਾਂ ਨੇ, x ਲੈ ਲਿਆ। ਜਿੰਨਾ ਪਾਣੀ ਉਹਨੂੰ ਕਿੰਨਾ ਮੰਨ ਲਿਆ ਆਪਾਂ ਨੇ, y ਲੈ ਲਿਆ। ਤਾਂ ਹੁਣ ਦੇਖੋ x + y ਦਿੱਤਾ ਹੋਇਆ ਹੈਗਾ, ਖਾਲੀ ਬਰਤਨ ਤੇ ਪਾਣੀ, ਕਿੰਨੀ ਵੈਲਿਊ ਉਹਦੀ, 16.5 ਕਿਲੋ ਉਹਦੇ ਵਿੱਚ ਪਾਣੀ ਹੈਗਾ। ਫਿਰ ਆਂਦਾ ਹੈਗਾ ਅੱਗੇ ਖਾਲੀ ਬਰਤਨ ਦਾ x ਹੀ ਹੈਗਾ, ਪਾਣੀ ਕਿੰਨਾ ਹੈਗਾ, ਚੌਥਾ ਹਿੱਸਾ ਹੈਗਾ, ਤਾਂ y/4 ਤਾਂ ਕਿੰਨਾ ਹੋਏਗਾ, 5.25 ਹੈਗਾ। ਇਕੁਏਸ਼ਨ ਸੋਲਵ ਕੀਤੀ ਔਰ ਐਲਸੀਐਮ ਲੈ ਕਿੰਨਾ ਆ ਗਿਆ, 4x + y = 21 ਆ ਗਿਆ। ਹੁਣ ਦੇਖੋ ਜਿਹੜੀ ਫਰਸਟ ਇਕੁਏਸ਼ਨ ਹੈ ਤਾਂ y ਦੀ ਵੈਲਿਊ ਕੱਢ ਲਈ ਆਪਾਂ ਨੇ ਕਿੰਨੀ, 16.5 - x। ਇਹਨੂੰ ਉਰੇ ਆਪਾਂ ਪੁੱਟ ਕਰ ਦਾਂਗੇ, ਜਿਹੜੀ ਆ ਵਾਲੀ y ਦੀ ਵੈਲਿਊ ਹੈ ਇਹਨੂੰ ਉਰੇ ਫਿਲ ਕੀਤੀ ਆਪਾਂ ਨੇ, ਤਾਂ ਕਿੰਨਾ ਬਣ ਗਿਆ, 4x + this - 21, x ਦੀ ਵੈਲਿਊ ਕਿੰਨੀ ਨਿਕਲੇ, ਇਹਨੂੰ ਸੋਲਵ ਕਰੋਗੇ ਤਾਂ 1.5 ਆਂਸਰ ਆ ਗਿਆ ਆਪਣਾ ਇਹਦਾ 58 ਦਾ। Next ਆਂਦਾ ਹੈਗਾ a rectangular mat has an area of 120 meter square and perimeter of a 46 meter ਹੈਗਾ। ਆਪਾਂ ਨੂੰ ਦਿੱਤਾ ਹੋਇਆ ਹੈਗਾ ਏਰੀਆ 120 ਹੈਗਾ, ਪੈਰੀਮੀਟਰ ਕਿੰਨਾ ਉਹਦਾ 46 ਹੈਗਾ। ਦੇਖੋ ਆ ਚੀਜ਼ ਲੈ ਲਈ ਆਪਾਂ ਨੇ, ਠੀਕ ਹੈ। ਇੱਕ ਰੈਕਟੈਂਗਲ ਹੈਗੀ, ਠੀਕ ਹੈ, ਇਹ ਨੀਚੇ ਏ ਬੀ ਕਿੰਨਾ ਉਹਨੂੰ ਆਪਾਂ ਨੇ ਐਲ ਮੰਨ ਲਿਆ, ਉਰੇ ਆਪਾਂ ਇਹਨਾਂ ਨੂੰ ਬ੍ਰੈਡਥ ਮੰਨ ਲਿਆ। ਆਪਾਂ ਨੇ ਕੱਢਣਾ ਕੀ ਹੈ, ਇਹਦਾ ਲੈਂਥ ਆਫ ਡਾਇਗਨਲ ਕੱਢਣੀ ਹੈ, ਦੈਟ ਮੀਨਸ ਆਰ ਏ ਸੀ ਫਾਈਂਡ ਕਰਨਾ ਹੈਗਾ। ਇਹਦਾ ਫਾਰਮੂਲਾ ਕੀ ਬਣ ਜਾਊਗਾ, √L² + B²। ਮਤਲਬ ਆ ਦੋਨਾਂ ਆਪਣੇ ਕੋਲੇ ਕੀ ਹੋ ਗਿਆ, ਇਹ ਜੇ ਆਪਾਂ ਇਹਨੂੰ ਸੋਲਵ ਕਰਦੇ ਹੁੰਦੇ ਹੈਗੇ ਹਾਈਪੋਟੀਨਿਊਜ਼ ਵਾਲਾ ਫਾਰਮੂਲਾ ਲਗਾਵਾਂਗੇ ਆਪਾਂ ਰਾਈਟ ਐਂਗਲ ਟ੍ਰਾਇੰਗਲ ਕਰਕੇ, ਤੇ ਆ ਨਿਕਲ ਜਾਏਗਾ ਆਪਣੇ ਪਾਸ √L² + B²। ਇਹਨੂੰ ਹੁਣ ਦੇਖੋ ਪਹਿਲਾਂ ਕੀ ਦਿੱਤਾ ਹੋਇਆ ਹੈਗਾ, ਲੈਂਥ ਤੇ ਬ੍ਰੈਡਥ ਦਿੱਤੀ ਹੋਈ ਹੈ, ਉਹਨੂੰ ਆਪਾਂ ਨੇ L ਮੰਨ ਲਿਆ ਤੇ B ਮੰਨ ਲਿਆ। ਉਰੇ ਕਨਫਿਊਜ਼ ਨਾ ਹੋਣਾ ਛੋਟੀ L ਬੜੀ L ਦੇ ਵਿੱਚ, ਠੀਕ ਹੈ, L ਤੇ B ਸੇਮ ਹੀ ਰੱਖ ਲੈਣਾ, ਠੀਕ ਹੈ, ਕੋਈ ਚੱਕਰ ਨਹੀਂ। ਨੈਕਸਟ ਆਂਦਾ ਹੈਗਾ ਏਰੀਆ ਆਫ ਦਾ ਕਾਰਪੇਟ ਕਿੰਨਾ ਹੈਗਾ, 120 ਹੈ, ਦੈਟ ਮੀਨਸ ਲੈਂਥ ਇਨਟੂ ਬ੍ਰੈਡਥ ਕਿੰਨਾ ਹੋ ਗਿਆ, L × B ਕਿੰਨਾ ਆ ਗਿਆ, 120। ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ ਹੈਗਾ, 2 × ਲੈਂਥ + ਬ੍ਰੈਡਥ = 46। ਤਾਂ L + B ਕਿੰਨਾ ਆ ਗਿਆ, 23। ਦੋ ਇਕੁਏਸ਼ਨਸ ਆ ਗਈ ਆਪਣੇ ਪਾਸ, L + B 23 ਹੈ, L B × B ਕਿੰਨਾ 120 ਹੈ। ਇਹਨਾਂ ਦੋਨਾਂ ਨੂੰ ਸੋਲਵ ਕਰਕੇ L ਤੇ B ਦੇ ਵੈਲਿਊ ਕੱਢ ਲਓ, ਉਹਨੂੰ ਇਹਦੇ ਵਿੱਚ ਭਰ ਦੋ, ਠੀਕ ਹੈ, ਆਪਣੇ ਪਾਸ ਆਂਸਰ ਆ ਜਾਏਗਾ ਕਿੰਨਾ, 17। ਠੀਕ ਹੈ, ਦੇਖੋ ਇਹਨੂੰ ਫਾਰਮੂਲਾ ਇਹਦਾ ਆਹ ਵੀ ਹੁੰਦਾ ਹੈਗਾ,
ਜਿਹੜੀ l plus b equal to 23 ਹੈ ਇਹਨੂੰ ਦੋਨੋਂ ਸਾਈਡ ਤੇ ਆਪਾਂ ਨੇ ਕੀ ਕਰਤਾ ਸਕੁਏਅਰਿੰਗ ਕਰਤੀ ਤਾਂ ਫਾਰਮੂਲਾ ਖੋਲਤਾ ਔਰ l plus b square ਦਾ ਉਹਦੇ ਵੈਲਿਊਜ਼ ਭਰੀਆਂ ਤਾਂ l square plus b square ਇਹਨੂੰ ਸੋਲਵ ਕੀਤਾ ਕਿੰਨਾ ਆ ਗਿਆ 17 ਮੀਟਰ ਆਪਣੇ ਪਾਸ ਇਹਦਾ ਆਨਸਰ ਆ ਗਿਆਗਾ। Next आएगा a rectangular courtyard 3.78 meter long and 5.25 meter broad to be paved exactly with the square tiles all of the same size the minimum number of tiles ਨਿਕਾਲੇ ਨੇ ਆਪਾਂ ਨੇ ਵਿੱਚੋਂ 3.78 ਮੀਟਰ ਦਿੱਤਾ ਹੋਇਆਗਾ ਆਪਾਂ ਨੇ ਪੁਆਇੰਟ ਉਡਾ ਕੇ ਉਹਨੂੰ ਸੈਂਟੀਮੀਟਰ ਦੇ ਅੰਦਰ ਕਨਵਰਟ ਕਰ ਲਿਆਗਾ ਤੇ ਇਹਦੇ ਫੈਕਟਰਸ ਬਣਾ ਲਿਆ 378 ਦੇ ਸੇਮ ਐਸ 5.25 ਹੈਗਾ ਇਹਨੂੰ ਵੀ ਆਪਣੇ ਸੈਂਟੀਮੀਟਰ ਦੇ ਅੰਦਰ ਕਨਵਰਟ ਕਰ ਲਿਆ ਕਰ ਇਹਦੇ ਫੈਕਟਰ ਬਣਾ ਲਏ ਨੇਗੇ ਫਿਰ ਕੀ ਕਰਾਂਗੇ ਦੋਨਾਂ ਦਾ ਆਪਾਂ HCF ਨਿਕਾਲਾਂਗੇ ਇਹਦਾ ओके निकल जो अपनी साइड ऑफ द लार्जेस्ट टाइल आ जाऊगा HCF ऑफ 378 ਤੇ 525 ਦਾ ਕਿੰਨਾ ਆ ਗਿਆ 21 ਆ ਗਿਆ ਆਪਾਂ ਨੇ ਕੱਢਣਾ ਕੀ ਹੈਗਾ ਘੱਟੋ ਘੱਟ ਟਾਈਲਸ ਕੱਢਣੀਆਂ ਨੇ ਉਹਦਾ ਫਾਰਮੂਲਾ ਕੀ ਹੁੰਦਾ ਹੈਗਾ ਨੰਬਰ ਆਫ ਆ ਟਾਈਲਸ is equals to area of floor upon area of a tile ਕਿੰਨਾ ਆ ਗਿਆ 378 ਗੁਣਾ 525 ਬਟੇ ਕਿੰਨਾ ਆ ਗਿਆ 21 ਗੁਣਾ 21 ਤਾਂ ਕਿੰਨੇ ਟਾਈਲਸ ਆ ਗਈਆਂ 450 ਟਾਈਲਸ ਆਪਣੇ ਪਾਸ ਇਹਦਾ ਆਨਸਰ ਆ ਗਿਆ। Next on the ratio of the area of two squares one having double its diagonal than the others देखो आ square हैगी अपने पास साइड A हैगी diagonal की आ गया D आ गया diagonal दी फॉर्म दे विच जिहड़ा area हुंदा किन्ना हुंदागा 1/2 D दा square ਹੁਣ देखो क्वेश्चन दे विच पुछया की है one having double its diagonal एक diagonal की हैगा 2D हैगा एक डायगोनल की हैगा D हैगा पहला किहड़ा दिता है डबल दिता है ਆਪਾਂ ਨੂੰ डबल वन ऑफ द अदर डायगोनल D मतलब एक बार ਆਪਾਂ 2D ਭਰਾਂਗੇ ਇੱਕ ਵਾਰ ਭਰਾਂਗੇ ਕੱਲਾ D ठीक है इस फॉर्मूला ਦੇ ਅੰਦਰ देखो डायगोनल ले लिया ਆਪਾਂ ਨੇ 2D ਤੇ D रेशियो ऑफ देयर एरियाज 1/2 ਤਾਂ सेम ਰਹੂਗਾ ਹੀ ਰਹੂਗਾ ਆ ਵਾਲਾ ठीक है एक बार D ਦੀ ਵੈਲਿਊ ਕੀ ਭਰਾਂਗੇ ਆਪਾਂ 2D ਦਾ ਸਕੁਅਰ ਇੱਕ ਵਾਰ ਇਕੱਲਾ D ਸਕੁਅਰ ਆ ਇਹ ਕੱਟ ਗਿਆ ਠੀਕ ਹੈ D ਸਕੁਅਰ ਨਾਲ D ਸਕੁਅਰ ਕੱਟ ਗਿਆ ਸੌਰੀ ਇਹਨੂੰ ਪਹਿਲਾਂ ਖੋਲੋਗੇ 4D ਸਕੁਅਰ ਆ ਗਿਆ D ਸਕੁਅਰ ਨਾਲ D ਸਕੁਅਰ ਕੱਟ ਗਿਆ ਤਾਂ ਕਿੰਨਾ ਆ ਗਿਆ 4:1 ਬਟ ਪੇਪਰ ਦੇ ਵਿੱਚ ਆਨਸਰ ਕੀ ਟਿਕ ਕੀਤਾ ਹੋਇਆ ਇਹਨਾਂ ਨੇ ਆਪਸ਼ਨ A ਟਿਕ ਕੀਤਾ ਹੋਇਆ ਬਟ ਇਹਦਾ ਆਨਸਰ ਕੀ ਆਏਗਾ D ਆਏਗਾ 4:1 ਆਏਗਾ ਕਿਉਂਕਿ ਕੁਐਸਚਨ ਰੀਡ ਕਰੋ one having double ਪਹਿਲਾਂ ਕੀ ਆਏਗਾ ਡਬਲ ਇਟਸ ਡਾਇਗੋਨਲ ਦੈਨ ਦਾ ਅਦਰ पहला आएगा 2D फिर आएगा D बट कई स्टूडेंट्स की करते हैं पहले D ले लेंगे फिर 2D ले लेंगे तो आंसर की आंदा है 1:4 आएगा फिर बट अपने पास आंसर होने का की आएगा 4:1 ही ਇਹਦਾ आंसर आना का ध्यान रखना है इस चीज का। नेक्स्ट आंदा है a solid cylinder has a total surface area 231 ਹੁਣ ਦੇਖੋ ਇਹ ਫਾਰਮੂਲਾ ਕੀ ਹੁੰਦਾ total surface of area ਦਾ total surface area of cylinder ਦਾ ਫਾਰਮੂਲਾ ਹੁੰਦਾਗਾ 2πr² + 2πrh is equals to ਦਿੱਤਾ ਕਿੰਨਾ ਹੋਇਆ ਆਪਾਂ ਨੂੰ 231 ਸੈਂਟੀਮੀਟਰ ਸਕੁਅਰ ਦਿੱਤਾ ਹੋਇਆਗਾ ਐਂਡ ਇਟਸ ਕਰਵਡ ਸਰਫੇਸ ਏਰੀਆ ਇਜ਼ 2/3 ਆਫ ਦਾ ਟੋਟਲ ਸਰਫੇਸ ਏਰੀਆ ਕਹਿੰਦੇ ਜਿੰਨਾ ਟੋਟਲ ਸਰਫੇਸ ਏਰੀਆ ਹੈਗਾ ਉਹਦਾ 2/3 ਕਰ ਦੋ ਤਾਂ ਕੀ ਆ ਜਾਏਗਾ ਇਹਦੇ ਕੋਲੇ ਕਰਵਡ ਸਰਫੇਸ ਏਰੀਆ ਆ ਜਾਏਗਾ ਤਾਂ ਫਾਰਮੂਲਾ ਕੀ ਹੁੰਦਾ ਹੈ ਕਰਵਡ ਸਰਫੇਸ ਏਰੀਆ ਦਾ ਕੱਲਾ 2πrh ਹੁੰਦਾਗਾ ਤਾਂ 2πrh is equals to 2/3 ਮਲਟੀਪਲਾਈ 231 ਦਿੱਤਾ ਹੋਇਆਗਾ ਇਹਨੂੰ ਸੋਲਵ ਕੀਤਾ ਕਿੰਨਾ ਆ ਗਿਆ 154 ਦੋ ਇਕੁਏਸ਼ਨਸ ਹੋ ਗਈਆਂ एक आ वाली होगी ते एक 154 वाली जिथे ट्रायंगल बनी हुई है ए वाली होगी सारी इन्हां दोनों तो जो सॉल्व किया ਆਪਾਂ ਨੇ r ਦੀ ਵੈਲਿਊ ਕਿੰਨੀ ਆ ਜਾਊਗੀ 7/2 h ਦੀ ਵੈਲਿਊ ਕਿੰਨੀ ਆ ਜਾਊਗੀ 7 ਸੈਂਟੀਮੀਟਰ ਆ ਜਾਊਗੀ ਹੁਣ ਪੁੱਛਿਆ ਕਿ ਇਹਨਾਂ ਨੇ ਫਾਈਂਡ ਦਾ ਵੋਲਿਊਮ ਆਫ ਦੀ ਸਿਲੰਡਰ ਦਾ ਵੋਲਿਊਮ ਫਾਈਂਡ ਕਰਨਾ ਫਾਰਮੂਲਾ ਕੀ ਹੁੰਦਾਗਾ πr² h ਪਾਈ ਦੀ ਵੈਲਿਊ ਕਿੰਨੀ ਹੈ 22/7 r ਦੀ ਵੈਲਿਊ ਕਿੰਨੀ ਹੈ 7/2 h ਦੀ ਵੈਲਿਊ ਕਿੰਨੀ ਹੈ 7 ਇਹਨੂੰ ਜੋ ਸੋਲਵ ਕਰਾਂਗੇ ਕਿੰਨਾ ਆਨਸਰ ਆ ਗਿਆ 269.5 ਸੈਂਟੀਮੀਟਰ अपने पास इसका फॉर्मूला आ गया आंसर आ गया है। नेक्स्ट आंदा का द डायमीटर ऑफ अ गार्डन रोलर इज 1.4 मीटर मतलब डायमीटर कितना है 1.4 हैगा अपन चाहिदा की हुंदा रेडियस चाहिदा हुंदा तो अध कितना आ जाऊगा 0.7 मीटर आ जाएगा लंबा कितना हैगा 2 मीटर लॉन्ग हैगा हाउ मच एरिया विल इट कवर इन 5 रेवोल्यूशंस पहला देखो रेडियस निकाल लिया कितना आ गया 0.7 आ गया लेंथ h कितनी है 2 मीटर हैगी तो कर्व्ड सरफेस एरिया ऑफ गार्डन रोलर का फॉर्मूला की हुंदागा 2πrh ये हो गया ठीक है उरे वैल्यू भरती कितना आ गया 8.8 मीटर स्क्वायर आ गया बट हुंदा कढना कितना अपन ने 5 रेवोल्यूशन दा कढना हैगा एरिया कवर्ड कर्व्ड सरफेस मल्टीप्लाई नंबर ऑफ रेवोल्यूशंस किन्ने मतलब ओनू चक्कर लगणगे किन्ने लगणगे 5 लगणगे 8.8 लगने किन्ने राउंड ने 5 ने तो गुना कितनी कितना आ गया 44 मीटर स्क्वायर अपने पास आंसर इदा आ गया। नेक्स्ट आंदागा 3 metal cube whose edges measure 3 cm 4 cm 5 cm respectively are melted मतलब एक क्यूब ਦਿੱਤੀ ਹੋਈ ਹੈਗੀ
मान लो ये क्यूब है, ठीक है, मैंने नहीं बनानी आती, ठीक है, आ 3 है, ये वाला अगे 4 है, ਇਹਦਾ 5 है। ਆਪਾਂ ਇਹਦਾ ਕੀ ਕੱਢਾਂਗੇ, वॉल्यूम ਕੱਢਾਂਗੇ। वॉल्यूम ਕੀ ਹੁੰਦਾਗਾ, ਇਹਦਾ क्यूब, ਉਹਦਾ क्यूब ਤੇ नेक्स्ट 5 ਦਾ क्यूब, ਤਾਂ ਕਿੰਨਾ ਆ ਗਿਆ ਆਪਣੇ ਪਾਸ 216। मतलब ਤਿੰਨਾਂ वॉल्यूम्स ਨੂੰ ਜਦੋਂ ਕੰਬਾਈਨ ਕੀਤਾ ਕਿੰਨਾ वॉल्यूम ਆ ਗਿਆ, ਤਾਂ ਵੱਡੀ ਬਣ ਗਈ ਇੱਕ 216। ਵੱਡੀ ਦਾ वॉल्यूम ਕਿੰਨਾ ਆ ਗਿਆ, 216 ਆ ਗਿਆ। ਹੁਣ ਆਪਾਂ ਨੇ ਕੱਢਣਾ ਕਿ ਇਹ ਸਾਈਡ ਕੱਢਾਂਗੇ, ਤਾਂ ਕੀ ਕਰ ਦਾਂਗੇ ਆਪਾਂ, ਤਾਂ क्यूब रूट ਲੈ ਲਾਂਗੇ 216 ਦਾ, ਉਹ ਕਿੰਨਾ ਆ ਗਿਆ ਆਪਣੇ ਪਾਸ 6 ਸੈਂਟੀਮੀਟਰ ਆ ਗਿਆ। ਤਾਂ ਆਪਸ਼ਨ ਸੀ ਬਣ ਗਿਆ ਇਹਦਾ ਆਨਸਰ 64 ਦਾ ਸੀ। ਨੈਕਸਟ ਆਂਦਾਗਾ ਇਹ ਕੁਐਸਚਨ ਵੀ ਪੇਪਰ ਦੇ ਵਿੱਚ ਕੈਨਸਲ ਹੋਇਆ ਸੀ ਕਿ ਇਹਦਾ ਆਨਸਰ ਕੋਈ ਨਹੀਂ ਹੈਗਾ ਇਹਨਾਂ ਆਪਸ਼ਨ ਦੇ ਵਿੱਚੋਂ, ਠੀਕ ਹੈ। ਦੇਖੋ ਇਸ ਨੂੰ, ਇਹ ਹੈਗਾ ਆਪਣੇ ਪਾਸ ਇੱਕ ਦਿੱਤਾ ਹੋਇਆਗਾ, ਕਹਿੰਦੇ ਇੱਕ ਰੈਕਟੈਂਗੂਲਰ ਫੀਲਡ ਵਿਚਾਲੇ ਹੈਗੀ, ਸਾਈਡਾਂ ਤੇ ਦੋ ਕੀ ਨੇ, ਸੈਮੀ ਸਰਕਲ ਲੱਗੇ ਹੋਏ ਨੇ। ਟੋਟਲ ਲੈਂਥ ਕਿੰਨੀ ਹੈ ਇਹਦੀ 20 ਹੈਗੀ, ਤੇ ਇਹਦੀ ਹਾਈਟ ਕਿੰਨੀ ਹੈ, ਮਤਲਬ ਆਹ ਵਾਲਾ 7 ਆਪਾਂ ਨੂੰ ਗਿਵਨ ਹੈ, ਦੀ ਬ੍ਰੈਥ ਗਿਵਨ ਹੈਗੀ। ਹੁਣ ਆਹ ਫਿਗਰ ਦੇ ਵਿੱਚ ਦੇਖੋ ਆਪਣੇ ਉਰੇ ਆਰ ਹੋਗੀ, ਉਰੇ ਵੀ ਆਰ ਹੋਗੀ, ਇੱਧਰ ਵੀ, ਠੀਕ ਹੈ। ਤਾਂ ਦ ਗਾਰਡਨ ਕੈਨ ਬੀ ਡਿਵਾਈਡਡ ਇਨਟੂ ਦੀ 1 ਰੈਕਟੈਂਗਲ ਐਂਡ 2 ਸੈਮੀ ਸਰਕਲ। मतलब ਇੱਕ ਤਾਂ ਇਹਦੇ ਵਿੱਚ ਕੀ ਹੋ ਗਿਆ ਆਪਣੇ ਪਾਸ, ਆਹ ਬਾਕਸ ਬਣਦਾ ਹੈਗਾ, ਰੈਕਟੈਂਗਲ ਬਣਦੀ ਹੈਗੀ, ਸਾਈਡਾਂ ਤੇ ਦੋ ਕੀ ਨੇਗੇ, ਸੈਮੀ ਸਰਕਲ ਨੇਗੇ। ਤਾਂ ਮਤਲਬ 3 ਪਾਰਟਸ ਦੇ ਅੰਦਰ ਫਿਗਰ ਡਿਵਾਈਡ ਹੋ ਰਹੀ ਹੈ ਆਪਣੀ। ਪਹਿਲਾਂ ਆਪਾਂ ਗੱਲ ਕਰ ਦੇਂਗੇ ਰੈਕਟੈਂਗਲ ਦੀ। ਹੁਣ ਲੈਂਥ ਸਾਰੀ 20 ਦਿੱਤੀ ਹੋਈ ਹੈਗੀ, ਬਟ ਆ ਸਰਕਲ ਤਾਂ ਆਪਾਂ ਮਾਈਨਸ ਕਰਾਂਗੇ। ਤਾਂ ਦੇਖੋ ਇੱਕ ਆਰ ਆ ਮਾਈਨਸ ਹੋ ਗਈ ਆਹ ਵਾਲੀ, ਤੇ ਇੱਕ ਮਾਈਨਸ ਹੋ ਗਈ ਆਪਣੀ ਆਹ, ਤਾਂ ਦੋਨੇ ਮਾਈਨਸ ਹੋ ਗਿਆ। b ਮਾਈਨਸ ਆਰ, b ਮਾਈਨਸ ਆਰ, ਆਰ ਕਿੰਨੀ ਹੈ ਆਪਣੇ ਕੋਲੇ 3.5 ਹੈਗੀ, ਕਿਉਂਕਿ ਆ ਆਪਣੇ ਪਾਸ ਡਾਇਮੀਟਰ ਕਿੰਨਾ ਹੈਗਾ 7 ਹੈ ਸਰਕਲ ਦਾ, ਤਾਂ ਰੇਡੀਅਸ ਕਿੰਨਾ ਹੋ ਗਿਆ 3.5 ਹੋ ਗਿਆ ਇਹ ਵਾਲਾ, ਠੀਕ ਹੈ। ਤਾਂ ਮਾਈਨਸ ਕਰਤੇ ਕਿੰਨਾ ਆ ਗਿਆ 13 ਸੈਂਟੀਮੀਟਰ ਕੀ ਆ ਗਈ ਹੈ ਰੈਕਟੈਂਗਲ ਦੀ ਲੈਂਥ ਆ ਗਈ 13 ਸੈਂਟੀਮੀਟਰ। ਹਾਈਟ ਕਿੰਨੀ ਹੈ 7 ਆਪਣੀ, मतलब ब्रेथ कितनी हैगी 7 हैगी। तो एरिया ऑफ रेक्टेंगल का फॉर्मूला की हुंदागा लेंथ इनटू ब्रेथ। तो 13 कितना आ गया 91 आ गया अपने पास एरिया ऑफ रेक्टेंगल दा। हुण की कड्डांगे आपां सैमी सर्कल दा कड्डांगे। सैमी सर्कल का फॉर्मूला की हुंदागा 1/2 पाई आर स्क्वायर। 1/2 हैगा ये पाई दी वैल्यू 2/7, आर दी वैल्यू दस्से तो मैंने 3.5, दैट मींस 3/5 मतलब की हुंदागा 7/2 हो गया। तो कितना आ गया 70/4 आ गया। हुण देखो कड्डना की है अपने पास, एक रेक्टेंगल है, 2 सर्कल ने, तो ये चीज होगी अपने पास एरिया ऑफ गार्डन की हो गया 2 इंटू एरिया ऑफ सैमी सर्कल प्लस एरिया ऑफ रेक्टेंगल कितनी आई सी 91, 2 एरिया ऑफ सर्कल 79 का, जो सोल्व किया आंसर कितना आ गया 129.5 मीटर स्क्वायर। तुहाडे पास इहदा आंसर आऊगा। ऑप्शन ए सारे गलत नेगे। नेक्स्ट आ गया अपने पास अकाउंट्स। अकॉर्डिंग टू द अकाउंटिंग प्रोफेशन विच ऑफ द फॉलोइंग वुड बी कंसीडर्ड अ कैश फ्लो आइटम फ्रॉम एन इन्वेस्टिंग एक्टिविटी। कहंदे अकाउंटिंग दी टर्म दे विच ਜਿਹੜਾ कैश फ्लो आइटम हैगा इन्वेस्टिंग एक्टिविटी ਦੇ ਵਿੱਚ ਉਹਦਾ ਕੀ ਮਤਲਬ ਹੈ, ਕੀ ਚੀਜ਼ ਹੈ, ਕਹਿੰਦੇ ਹੋ ਕੀ ਮੰਨਦੇ ਆਪਾਂ ਉਸ ਨੂੰ, ਉਹਨੂੰ ਮੰਨਦੇ ਆਪਾਂ कैश आउटफ्लो टू acquire a fixed assets, that is option C। gross working capital means the same thing as, ਕਹਿੰਦੇ ਜਿਹੜਾ gross working capital ਉਹ ਕਿਹਦੇ ਵਰਗੀ ਸੇਮ ਚੀਜ਼ ਹੈਗੀ, ਇਹ ਹੁੰਦੀ ਹੈ ਕਿ ਕਰੰਟ ਐਸੈਟ ਦੀ ਤਰ੍ਹਾਂ ਬਿਲਕੁਲ ਸੇਮ ਚੀਜ਼। रिटर्न ऑफ गुड्स परचेज्ड इज रिकॉर्डेड इन, ਇਹਨੂੰ ਆਪਾਂ ਰਿਕਾਰਡ ਕਿੱਥੇ ਕਰ ਦੇਂਗੇ, ਇਹਨੂੰ ਰਿਕਾਰਡ ਕੀਤਾ ਜਾਂਦਾ ਹੈਗਾ ਰਿਟਰਨ ਆਊਟਵਰਡ ਬੁੱਕ ਦੇ ਅੰਦਰ। लॉस ऑफ प्रॉफिट पॉलिसी कवर्स लॉस ऑफ प्रॉफिट ड्यू टू, मतलब कोई चीज ਵਿੱਚ लॉस ਹੋ ਰਿਹਾਗਾ ਤਾਂ ਕਹਿੰਦੇ ਕੀ ਕੀ ਇਹਦੇ ਵਿੱਚ ਹੋ ਸਕਦਾ ਹੈਗਾ। लॉस ऑफ सेल्स मतलब ਆਪਾਂ ਨੂੰ ਘਾਟਾ ਪੈ ਰਿਹਾਗਾ, ਨੁਕਸਾਨ ਹੋ ਰਿਹਾਗਾ ਕੋਈ ਚੀਜ਼ ਵੇਚਣ ਦੇ ਵਿੱਚ। नॉन रिकवरी ऑफ अ स्टैंडिंग चार्जेस, मतलब सपोज करो अपने कितने कोई दुकान लै रखी है किराए ते, अपने पास काम चल नहीं रहा बट दुकान का अपन किराया तो पे करना ही पएगा, तो भी की होगा अपने पास खर्चा ही हो रहेगा। नॉन रिकवरी स्टैंडिंग ऑफ चार्जेस हो गए। तो आंसर क्या आएगा ਇਹਦਾ बोथ लॉस ऑफ सेल्स एज वेल एज स्टैंडिंग चार्जेस, मतलब दोनों ऑप्शन ए ते भी सही हो गए। तो आंसर की करांगे ਆਪਾਂ सी सही है। ये होगी लॉस ऑफ प्रॉफिट पॉलिसी कवर लॉस ऑफ प्रॉफिट ड्यू टू, ये दो रीजन नेगे। अकाउंटिंग कैन टेक इनटू अकाउंट, कहते अकाउंटिंग विच की कर सकते हैं, सिर्फ मोनेटरी ट्रांजैक्शन कर सकते हैं, मतलब कोई भी अकाउंट का काम की है सिर्फ पैसे का लैन देन करता है अकाउंट्स के अंदर। अगर कोई एक बिजनेसमैन है वो मीटिंग करके आता है तो मीटिंग नूं आपां अकाउंट्स दे विच नहीं ऐड करते, नहीं लिखते, सिर्फ आपां मनी की ट्रांजैक्शन ऐड कर देंगे, मतलब किन्ने पैसे कढ़ाए, किन्ने आए जां किन्ना खर्चा होया, वो सारा कुछ रिकॉर्ड किया जाता है अकाउंट्स दे विच। गुडविल इज एन इंटेंजिबल एसेट, गुडविल की होंगे बोलते हैं रेपुटेशन कितनी अच्छी हैगी, कितनी वधिया गुडविल बनी हुई है, कितना अच्छा काम कर रहा है। तो कहते की चीज़ हैगी कि इंटेंजिबल एसेट है। इंटेंजिबल का मतलब की होंगे जिन्होंने आप टच नहीं कर सकते, छू नहीं सकते, आप कहते तो गुडविल कितनी अच्छी है, आप पकड़ना नहीं सकते, जिस एक बोलन की गल है और अंडरस्टैंड करने की गल है। तो की हो गया एक एन इंटेंजिबल एसेट है गुडविल। हुण देखो इफ अ ट्रेडर एक ਦਿੱਤਾ ਹੈਗਾ ਆਪਾਂ ਨੂੰ ਸਾਰਾ ਕੁਝ ਮੈਂਸ਼ਨ ਹੈਗਾ, अन्नी सेल्स ਦੀ ਅਮਾਉਂਟ ਹੈਗਾ, प्रॉफिट है ग्रोस प्रॉफिट हैगा 60 ਦਾ, नैट प्रॉफिट हैगा 40 ਦਾ। ਤਾਂ ਕਹਿੰਦੇ
which one of the following are his expenses if there is no indirect income। अगर ਆਪਾਂ ਨੂੰ indirect income ਨਾ ਦਿੱਤੀ ਹੋਵੇ ਤਾਂ ਫਾਰਮੂਲਾ ਕੀ ਹੁੰਦਾ ਆਪਣੇ ਪਾਸ expenses is equals to gross profit minus net profit। मतलब 60 minus 40 ਕੀਤਾ ਕਿੰਨਾ ਆ ਗਿਆ 20%। ਤਾਂ 20% ਕਿਹਦਾ ਕੱਢਾਂਗੇ ਆਪਾਂ 18000 ਦਾ ਕੱਢਾਂਗੇ ਤਾਂ ਕਿੰਨਾ ਆ ਗਿਆ ਆਪਣੇ ਪਾਸ 3600 ਇਹਦਾ ਆਨਸਰ ਆ ਜਾਏਗਾ। ਤਾਂ ਤੁਹਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾਗਾ ਅਗਰ ਆਪਣੇ ਪਾਸ indirect income ਨਹੀਂ ਹੈਗੀ। नेक्स्ट आएगा हूँ आ गया अपने पार्टनरशिप का क्वेश्चन हैगा ए एंड बी आर पार्टनर शेयरिंग प्रॉफिट इन द रेशियो ऑफ 3:2 ਦੇ ਵਿੱਚ ਡਿਵਾਈਡ ਕਰ ਰਹੇ ਨੇ ਤੇ C is admitted with the 1/3 share of the profit। मतलब C ਵੀ ਵਿੱਚ ਐਡ ਹੋ ਜਾਂਦਾ ਬਾਅਦ ਚੋਂ। ਆਪਾਂ ਟੋਟਲ ਮੰਨ ਲੈਣੇ ਕਿੰਨਾ ਹੈਗਾ 1 ਲੈ ਲਿਆ C ਦਾ ਕਿੰਨਾ ਹੈਗਾ टोटल कितना ले लिया अपने 1 ले लिया C कितना लेके आंदा हैगा 1/3 हैगा तो बाकी माइनस कितना कितना आ गया ठीक है 2/3 रह गया। ए ते बी का प्रॉफिट कितना हो गया 2/3 हो गया ते अपन ਦਿੱਤਾ ਕੀ ਹੋਇਆ ए ते बी ਦਾ ਸ਼ੇਅਰ ਕਿੰਨਾ ਹੈਗਾ 3:2 ਦਿੱਤਾ ਹੋਇਆਗਾ ए ਤੇ b ਦਿੱਤਾ ਹੋਇਆਗਾ 3:2 ਦਾ ਸ਼ੇਅਰ ਦਿੱਤਾ ਹੋਇਆ ਤਾਂ a ਦਾ ਪ੍ਰੋਫਿਟ ਕਿੰਨਾ ਆ ਗਿਆ ਆਪਣੇ ਪਾਸ 3 ਬਟ ਦੋਨਾਂ ਦਾ ਪਲੱਸ ਕਿੰਨਾ ਆ ਗਿਆ 5 ਮਲਟੀਪਲਾਈ आ हैगा का ए दा प्रॉफिट ते बी दा प्रॉफिट 2/3 है कितना आ गया 6/15 सेम एज बी दा प्रॉफिट और बी दा प्रॉफिट कितना हैगा 2 बटे कितना आ गया 3/3 मतलब प्लस कितना 5 गुना 2/3 हैगा ये अपने पास कितना आ गया 4/15 तो तिन्ने आ गया अपने पास ए बी सी ए दी वैल्यू 6/15 बी दी वैल्यू 4/15 इधर आ गया 1/3 जो एलसीएम कितना लगता 15 इन्हें सोल्व करोगे कितना आ गया 6 4 5 तो आंसर की बन गया अपने पास ऑप्शन सी। नेक्स्ट आंदा ये अपन सारा कुछ मेंशन है अपन जो अमाउंट कढनी है व्हाट इज द अमाउंट ऑफ अ परचेज। द फार्मूला की हुंदा अमाउंट ऑफ परचेज दा कॉस्ट ऑफ गुड्स सोल्ड माइनस ओपनिंग स्टॉक प्लस क्लोजिंग स्टॉक पूरे वैल्यूज भरती है ये सारियां ਦਿੱਤਾ ਹੋਇਆਗਾ 22000 ओपनिंग स्टॉक ਦਿੱਤਾ ਹੋਇਆ ਆਪਾਂ ਨੂੰ 35000 1500 ਦਿੱਤਾ ਹੋਇਆ ਆਪਣੇ ਪਾਸ क्लोजिंग स्टॉक ਇਹਨੂੰ ਸੋਲਵ ਕੀਤਾ ਕਿੰਨਾ ਆ ਗਿਆ ਆਪਣੇ ਪਾਸ 20000 दैट इज ਕੀ ਆ ਗਿਆ ਆਪਣੇ ਪਾਸ अमाउंट ऑफ परचेज आ गया एक फार्मूला ਨੂੰ नहीं याद करना पड़ेगा ठीक है। नेक्स्ट आंदागा डेटर्स टर्नओवर रेशियो इज 4 व्हाट इज द एवरेज कलेक्शन पीरियड। ਇਹਦਾ ਫਾਰਮੂਲਾ ਕੀ ਹੁੰਦਾਗਾ एवरेज कलेक्शन पीरियड ਦਾ ਦਿੱਤਾ ਹੋਇਆ 1 ਸਾਲ मतलब 365 अपॉन डेटर्स टर्नओवर रेशियो बट अपने पास आंसर ਕਿਹਦੇ ਵਿੱਚ ਹੈਗਾ ਮੰਥਸ ਦੇ ਵਿੱਚ ਤਾਂ ਆਪਾਂ ਇਹਨੂੰ ਕੀ ਕਰਾਂਗੇ मतलब 1 साल मतलब कितना हो गया 12 महीने हो गए तो ऊपर की आ गया 12 मंथ्स बटे डेटर्स टर्नओवर रेशियो तो 12 बटे कितना आ गया अपने पास की देती हुई रेशियो की देती हुई 4 देती हुई है एंड 16 कितना कितना आ गया 3 मंथ्स आ गया अपने पास ਇਹਦਾ आंसर सी। ਹੁਣ ਆਂਦਾ ਆਪਣੇ ਪਾਸ ਕੰਪਿਊਟਰ ਹੁਣ ਪੁੱਛਿਆ ਸੀ ਇਹਨਾਂ ਨੇ ਡਬਲ ਈ ਪ੍ਰੋਮ ਦੀ ਫੁੱਲ ਫਾਰਮ ਕੀ ਹੈਗੀ दैट इज अ इलेक्ट्रिकल इरेजेबल प्रोग्रामेबल रीड ओनली मेमोरी। ਆਪਾਂ ਇਹਨੂੰ ਹੋਰ ਕੀ ਬੋਲ ਦਿਆਂਗੇ ਈ ਸਕੇਅਰ ਪ੍ਰੋਮ ਵੀ ਬੋਲਦੇ ਆ ਈ ਦੋ ਵਾਰ ਲਿਖਿਆ ਹੋਇਆ ਤੁਹਾਨੂੰ ਐਦਾਂ ਵੀ ਲਿਖਿਆ ਆ ਸਕਦਾਗਾ ਤੇ ਇਹਦੀ ਵੀ ਫਾਰਮ ਆਪਣੀ ਸੇਮ ਰਹੇਗੀ ਫੁੱਲ ਫਾਰਮ। ਹੁਣ ਦੇਖੋ ਇਸੇ क्वेश्चन ਦੇ ਅੰਦਰ ਕਿੰਨੇ क्वेश्चन ਬਣ ਰਹੇ ਨੇਗੇ रोम ਦਾ फुल फॉर्म ਕੀ ਆ ਗਿਆ रीड ओनली मेमोरी ਅੱਗੇ पी लगा दो दैट इज अ प्रोग्रामेबल रीड ओनली मेमोरी ਅੱਗੇ ई लगा दो दैट इज अ इरेजेबल प्रोग्रामेबल रीड ओनली मेमोरी डबल ई प्रोम तो सामने लिखा ही होएगा ऑलरेडी इलेक्ट्रिकल इरेजेबल प्रोग्रामेबल रीड ओनली मेमोरी ते होर फुल फॉर्म्स किहड़े हुंदे अपने पास इंपॉर्टेंट एरिया रैम दी रैंडम एक्सेस मेमोरी एस रैम हुंदागा अगे स्टैटिक लगा दो स्टैटिक रैंडम एक्सेस मेमोरी डी रैम अगे डी लगा दो दैट इज डायनामिक रैंडम एक्सेस मेमोरी। अगला क्वेश्चन आंदा है नैटवर्क इंटरफेस कार्ड इज एन डैश डिवाइस कहंदे केड़ा डिवाइस है ये हुंदागा इनपुट आउटपुट डिवाइस। देखो की चीज हैगा नैटवर्क इंटरफेस कार्ड ਨੂੰ ਆਪਾਂ ਹੋਰ ਕਿਸ ਨਾਮ ਨਾਲ ਜਾਣਦੇ ਆਂਗੇ ਨੈਟਵਰਕ ਇੰਟਰਫੇਸ ਕੰਟਰੋਲਰ ਵੀ ਬੋਲਦੇ ਆ ਨੂੰ ਨੈਟਵਰਕ ਅਡਾਪਟਰ ਵੀ ਬੋਲਿਆ ਜਾਂਦਾ ਹੈਗਾ LAN ਅਡਾਪਟਰ ਵੀ ਬੋਲਿਆ ਜਾਂਦਾ ਇਹ ਤਿੰਨ ਚਾਰ ਇਹਦੇ ਨਾਮ ਨੇਗੇ ਠੀਕ ਹੈ ਸੇਮ मीनिंग ਹੈ ਇਹਨਾਂ ਦਾ। ਤੇ ਜਿਹੜਾ NIC ਕੀ ਚੀਜ਼ ਹੈਗਾ is a computer hardware component that connects a computer to a computer network। ਹੁਣ ਦੇਖੋ ਆਪਣੇ ਕੋਲ ਇੱਕ ਕੰਪਿਊਟਰ ਪਿਆ ਆਪਾਂ ਨੂੰ ਉਹਦੇ ਤੇ ਨੈਟ ਚਲਾਉਣ ਦੇ ਲਈ ਤੇ ਕੀ ਕਰਦੇ ਆ ਉਹਨੂੰ ਨੈਟਵਰਕ ਨਾਲ ਜੋੜਦੇ ਆ ਜਦੋਂ ਕੰਪਿਊਟਰ ਨੈਟਵਰਕ ਨਾਲ ਤਾਂ ਜਿਹੜਾ ਉਹਨੂੰ ਜੋੜਨ ਦਾ ਕੰਮ ਕਰਦਾ ਹੈਗਾ ਉਹ ਹਾਰਡਵੇਅਰ ਉਹਨੂੰ ਕੀ ਬੋਲਿਆ ਜਾਂਦਾ ਹੈਗਾ NIC that is the network interface card। ਇਹ ਵਾਲਾ ਹੁੰਦਾ ਹੈਗਾ ਤੇ ਲੱਗਿਆ ਕਿੱਥੇ ਹੁੰਦਾ ਹੈਗਾ ਇਹ ਮਦਰਬੋਰਡ ਦੇ ਉੱਪਰ ਆ ਚੀਜ਼ ਲੱਗੀ ਹੁੰਦੀ ਹੈਗੀ ਨੈਟਵਰਕ ਇੰਟਰਫੇਸ ਜਿਹੜੀ ਆ ਫਿਗਰ ਹੈਗੀ ਕਿੱਥੇ ਲੱਗੀ ਹੁੰਦੀ ਹੈ ਮਦਰਬੋਰਡ ਦੇ ਉੱਪਰ ਲੱਗੀ ਹੁੰਦੀ ਹੈ। ਇਹ हार्डवेयर ਦਾ ਕੰਪੋਨੈਂਟ ਹੈਗਾ ਜਿਹੜਾ ਕਿ ਆਪਣੇ ਕੰਪਿਊਟਰ ਨੂੰ ਨੈਟਵਰਕ ਮਤਲਬ ਇੰਟਰਨੈਟ ਨਾਲ ਜੋੜਨ ਦਾ ਕੰਮ ਕਰਦਾ ਹੈਗਾ that is a NIC। नेक्स्ट आंदागा कन्वर्ट द हेक्साडेसिमल नंबर 5A to a बाइनरी। ਇਹਦਾ ਆਨਸਰ ਆਏਗਾ C। ਦੇਖੋ ਕਿਵੇਂ ਜਾਤਾ ਤੁਸੀਂ ਇਹਨੂੰ ਸਿੰਪਲ ਤੁਹਾਨੂੰ ਵੈਲਿਊਜ਼ ਯਾਦ ਹੋਣ ਤੁਸੀਂ ਉਹ ਫਿਲ ਕਰ ਦੋਗੇ। ਹੁਣ ਦੇਖੋ 5 ਦੀ ਵੈਲਿਊ ਕਿੰਨੀ ਆ ਰੇ 0 1 0 1 ਤਾਂ ਉਹੀ ਲਿਖੀ ਹੋਈ ਹੈ ਸਟਾਰਟਿੰਗ ਦੇ ਵਿੱਚ 0 1 0 1। ए ਦੀ ਵੈਲਿਊ ਕਿੰਨੀ ਹੈ ਆਪਣੇ ਪਾਸ 10 ਤੇ 10 मतलब 1 0 1 0 ਤਾਂ ਪਿੱਛੇ ਲਿਖਿਆ ਹੋਇਆ 1 0 1 0 ਆਨਸਰ ਕੀ ਆ ਗਿਆ C। ਅਗਰ ਤੁਹਾਨੂੰ ਥੋੜੀ ਜਿਹੀ ਨੌਲੇਜ ਦਾ ਫਾਰਮੂਲਾ ਕੀ ਹੁੰਦਾਗਾ
आप हमेशा बेस लेके चलते हैं कि 2 कंप्यूटर से 2 बिट्स से समझ आएगा 1 ਤੇ 0 दैट मींस ਆਪਾਂ ਕੀ यूज कर देंगे 2 बिट्स ਮੰਨਦਾ ਕੰਪਿਊਟਰ 1 ਤੇ 0 ਤਾਂ ਬੇਸ ਲੈਕੇ ਚੱਲਦੇ ਆਪਾਂ ਹਮੇशा 2 ਬਾइनरी बेस 2 रेज़ टू पावर 0 1 2 3 दैट मींस सोल्व करोगे कितना आ जाऊगा किसी भी चीज पावर 0 ਹੋਵੇ ਤਾਂ 1 ਹੁੰਦਾ ਹੈਗਾ 2 4 8 ਹੁਣ ਦੇਖੋ ਆਪਾਂ ਨੇ ਬਣਾਉਣਾ ਕੀ ਹੈਗਾ 5 ਬਣਾਉਣਾ ਹੈਗਾ ਅਗਰ 4 ਤੇ 1 ਨੂੰ ਜੋੜੀਏ ਤਾਂ ਕਿੰਨਾ ਬਣਦਾ ਹੈਗਾ 5 ਬਣਦਾ ਹੈਗਾ ਤਾਂ ਜਿੱਥੇ ਜਿੱਥੇ ਮਤਲਬ ਜੋੜ ਕੇ 1 ਬਣ ਰਿਹਾ ਉੱਥੇ ਕੀ ਫਿਲ ਕਰ ਦਾਂਗੇ ਆਪਾਂ 1 ਫਿਲ ਕਰ ਦਾਂਗੇ मतलब 4 ਦੀ ਜਗ੍ਹਾ ਤੇ ਵੀ ਕੀ ਫਿਲ ਕਰਤਾ ਆਪਾਂ ਨੇ ਉਰੇ ਦੇਖੋ 1 ਫਿਲ ਕਰਤਾ 1 ਦੀ ਜਗ੍ਹਾ ਤੇ 1 ਫਿਲ ਕਰਤਾ ਜਿਹੜਾ ਬਾਕੀ ਕੀ ਬਚ ਗਿਆ ਆਪਣੇ ਪਾਸ 0 0 ਹੁਣ ਅਗਲਾ ਕੀ ਹੈ ਆਪਣੇ ਪਾਸ a ਦੀ ਵੈਲਿਊ ਕਿੰਨੀ ਹੁੰਦੀ ਹੈਗੀ 10 टेबल के अंदर देखो ए की वैल्यू कितनी होंगी 9 तो बाद की हैगा 10 आंदा हैगा तो ए की वैल्यू की आ गई अपने पास 10 10 किवें बनूगा 8 ते 2 ਨੂੰ ਜਦੋਂ ਜੋੜਾਂਗੇ ਕਿੰਨਾ ਆ ਜਾਊਗਾ 10 ਤਾਂ ਜਿੱਥੇ 8 ਹੈਗਾ ਉਰੇ 1 ਆ ਜਾਊਗਾ ਉਰੇ 1 ਆ ਜਾਊਗਾ ਉਰੇ ਕੀ ਆ ਜਾਊਗਾ 0 ਤੇ 0 ਤਾਂ ਬਣ ਕੀ ਗਿਆ 10 ਤੇ 10 मतलब 1010 तो यही चीज का फॉर्मूला है अगर तुम आंदा तो ये समझ लो अदरवाइज तुम टेबल करना पड़ेगा या पूरा डिटेल दिन तुम समझना पड़ेगा डिजिटल इलेक्ट्रॉनिक्स नेक्स्ट आंदा विच ऑफ द फॉलोइंग इज द फास्टेस्ट मेमोरी सब तो फास्ट मेमोरी केड़ी है विचों दैट इज द कैश मेमोरी सब तो फास्ट है नेक्स्ट आंदा हाउ डू यू गेट इन्फॉर्मेशन फ्रॉम अ फॉर्म दैट इज सबमिटेड यूजिंग अ पोस्ट मैथड इन ASP.NET ਦੇ ਵਿੱਚ ਕਹਿੰਦੇ ਆਪਾਂ ਨੇ ਫਾਰਮ ਨੂੰ ਸਬਮਿਟ ਕਰਨਾ ਹੈਗਾ ਪੋਸਟ ਮੈਥਡ ਦੇ ਥਰੂ ਤਾਂ ਕਹਿੰਦੇ ਕੀ ਆਪਾਂ कर देंगे तो ये यूज करते हैं रिक्वेस्ट डॉट अ फॉर्म विच ऑफ द फॉलोइंग इलस्ट्रेट द बेनिफिट ऑफ ADA.NET का केड़ा बेनिफिट हैगा ये हैगा बोथ ए ते बी दैट इज द इंटरप्रेबिलिटी कर सकते हैं इट यूजेस डाटा सेट टू रिप्रेजेंट डाटा इन अ मेमोरी दैट कैन स्टोर डाटा फ्रॉम मल्टीपल टेबल्स एंड मल्टीपल सोर्सेज ये भी काफी डिटेल दे अंदर है ठीक है पूरे नहीं तो एक्सप्लेन कर सकती मैं इस चीज नु which of the following is an advantage of a view in a database ਤਾਂ ਕਹਿੰਦੇ ਆਪਾਂ ਨੇ ਡਾਟਾ ਨੂੰ ਸਟੋਰ ਕਰਨਾ ਹੈਗਾ ਡਾਟਾਬੇਸ ਦੇ ਅੰਦਰ ਕਿਹੜੇ ਕਿਹੜੇ ਐਡਵਾਂਟੇਜ ਨੇ ਸਾਰੇ ਐਡਵਾਂਟੇਜ ਨੇ ਡਾਟਾ ਦੀ ਸਿਕਿਉਰਿਟੀ ਮਿਲਦੀ ਆਪਾਂ ਨੂੰ ਹਾਈਡਿੰਗ ਦਾ ਕੰਪਲੈਕਸ ਕੁਐਰੀਜ਼ ਨੂੰ ਵੀ ਆਪਾਂ ਹਾਈਡ ਕਰ ਸਕਦੇ ਹਾਂਗੇ ਡਰਾਈਵਡ ਕਾਲਮਸ ਦੀ ਫੈਸਿਲਿਟੀ ਮਿਲਦੀ ਆਪਾਂ ਨੂੰ ਇਸ ਦੇ ਅੰਦਰ ਨੈਕਸਟ ਆਂਦਾਗਾ ਹਾਊ ਲੌਂਗ ਡਸ ਦਾ ਲੂਪ फॉर दिस ये हैगा सी प्रोग्रामिंग दा हुण देखो की हैगा जेड़ा लूप हैगा फॉर एवर चलेगा क्यों चलेगा क्योंकि उरे x दी वैल्यू दित्ती कितनी हुई है अपन 3 दित्ती हुई है दैट मींस x नु वैल्यू असाइन हो रही है ना कि इनु कंडीशन मिल रही है अगर कंडीशन मिलदी हुंदी है ऐदा ठीक है तां करके आंसर की आएगा फॉर एवर आएगा क्योंकि उरे x दी वैल्यू असाइन हो रही है कंडीशन कोई भी स्टॉप नहीं हो रही नेक्स्ट आंदागा एक कंप्यूटर वायरस इज आ कंप्यूटर वायरस की हैगा प्रोग्राम दैट स्प्रेड्स इटसेल्फ एंड डिस्ट्रॉय द अदर प्रोग्राम जेड़ा आपदे आप नु की हैगा फैलांदा रहंदागा स्प्रेड करदा रहंदागा ते एक प्रोग्राम नु खत्म कर बाकी प्रोग्राम्स नु की है खत्म करदा रहंदागा डिस्ट्रॉय करदा रहंदागा ते वायरस दी फुल फॉर्म भी हुंदी हैगी विटल इंफॉर्मेशन रिसोर्स अंडर सीज अडोब डेवलप्ड पोर्टेबल डॉक्यूमेंट फॉर्मेट आप कहते हैं PDF फाइल दे दो तो वही चीज आएगा पोर्टेबल डॉक्यूमेंट फॉर्मेट है विच अलाउज डॉक्यूमेंट टू बी ट्रांसमिटेड एंड स्टोर्ड विदाउट लॉस ऑफ फॉर्मेटिंग मतलब अगर तेरे पास PDF आ जाती हैगी तो वो फॉर्मेटिंग चेंज नहीं होंगी मतलब ऑटोमेटिकली चेंज नहीं होंगी तो अपने पास डाटा बिल्कुल सेम रहता है किदे अंदर पोर्टेबल डॉक्यूमेंट फॉर्मेट दे अंदर नेक्स्ट आंदागा ए नेम्ड एंकर इन HTML इज एक टैग हैगा ठीक है नेम्ड एंकर ये यूज करते हैं आप ਇਹਦੇ ਲਈ ਇਹ ਕਿਸ ਲਈ ਹੁੰਦਾ ਹੈਗਾ HTML ਲੈਂਗੁਏਜ ਦੇ ਵਿੱਚ स्पेसिफिक लोकेशन विद इन अ वेब पेज दैट यू कैन लिंक टू मतलब इको पेज दे आप जो कोई साइट तक क्लिक कर देंगे आप किसी होम पेज से पहुंचे नहीं ठीक है लिंक कर दें तो वही चीज हैगा स्पेसिफिक लोकेशन विद इन अ वेब पेज दैट यू कैन लिंक टू आप उस पेज के अंदर लिंक नू कनेक्ट कर सकते हैं इस टैग दे नाल एक की हुंदा हैगा जिन्हों नॉलेज है कंप्यूटर दी ठीक है AHREF दैट इज अपना एंकर टैग हैगा जेड़ा कि डिफाइन करदा हैगा इसनु लिंक क्रिएट करने के लिए From what has the term WiMAX has been derived मतलब फुल फॉर्म की हैगा वर्ल्ड वाइड इंटरऑपरेबिलिटी फॉर माइक्रोवेव एक्सेस हुंदा की है जिद्दां देखो अपने फोन लैपटॉप कंप्यूटर ਆਪਾਂ ਕੀ यूज करते हैं वाईफाई यूज करते हैं वाईफाई ਦਾ फुल फॉर्म की हुंदा वायरलेस फिडेलिटी ਤਾਂ ਜਿਹੜਾ WiMAX हैगा ਇਹ वाईफाई ਦਾ ਕੀ ਹੈ ਬਾਪ ਹੈ मतलब ਆਪਾਂ ਸਿੰਪਲ ਲੈਂਗੁਏਜ ਦਾ ਬੋਲ ਸਕਦੇ ਹਾਂਗੇ WiMAX की हैगा वाईफाई दा बाप है किवें हुण देखो वाईफाई की हैगा जिद्दां आपां ने अपने फोन दे उपर हॉटस्पॉट ऑन कीता तो जेहड़ा वाईफाई दूजा फोन बनांदा हैगा जस्ट ओदी रेंज कितनी हुंदी है एक रूम जो ऊपर नीचे लगा हुआ ਵੱਧ ਤੋਂ ਵੱਧ ठीक है अन्नी ज्यादा कनेक्शन नहीं हो पांदा ਜਾਂ एक अपने ब्रॉडबैंड लग्या होया हैगा ਤਾਂ कुछ 10-12 घर बहुत ज्यादा बोलते हुए ने ठीक है तो ਉਹਨੂੰ कनेक्ट करना बट ਇਹਦੇ ਵਿੱਚ ਕੀ ਹੈਗਾ पूरे वर्ल्ड वाइड ਨੂੰ ਕੀ ਕਰਦਾ ਹੈਗਾ जोड़दा हैगा इंटरऑपरेबिलिटी कर पांदा हैगा WiMAX मतलब ਇਹਦਾ एरिया की हुंदा हैगा काफी बड़ा हुंदा हैगा वाईफाई नाल होता है की हो गया इस तो बड़ा हो गया वाईफाई तो फुल फॉर्म तुहानूं पता होना चाहिए वाईफाई मैक्स दी ते वाईफाई दी
ਨੈਕਸਟ ਆਂਦਾ ਹੈਗਾ HTTPS ਦਾ ਫੁੱਲ ਫਾਰਮ ਕੀ ਹੁੰਦਾ ਹੈਗਾ, ਪਹਿਲਾਂ ਉਹ ਦੇਖੋ, ਹਾਈਪਰਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਸਿਕਿਉਰ। ਤਾਂ ਪੁੱਛਿਆ ਕੀ ਸੀ ਇਹਨਾਂ ਨੇ, ਐਸ ਦਾ ਮੀਨਿੰਗ ਕਹਿੰਦੇ ਕੀ ਹੈ, ਐਸ ਦਾ ਮੀਨਿੰਗ ਹੈਗਾ ਉਰੇ ਸਿਕਿਉਰ। Next ਆਂਦਾ ਹੈਗਾ this type of software is designed for users who want to customize the programs they use। ਕਹਿੰਦੇ ਆਪ ਨੂੰ ਕਿਹੜੇ ਟਾਈਪ ਦਾ ਸੌਫਟਵੇਅਰ ਡਿਜ਼ਾਈਨ ਯੂਜ਼ਰ ਨੂੰ ਕਰਨਾ ਚਾਹੀਦਾ ਹੈਗਾ ਆਪਦੇ ਪ੍ਰੋਗਰਾਮ ਨੂੰ ਕਸਟਮਾਈਜ਼ ਕਰਨ ਦੇ ਲਈ। ਇਹਨੂੰ ਯੂਜ਼ ਕਰਨਾ ਚਾਹੀਦਾ ਹੈਗਾ ਓਪਨ ਸੋਰਸ ਸੌਫਟਵੇਅਰ ਯੂਜ਼ ਕਰਨਾ ਚਾਹੀਦਾ ਹੈਗਾ ਇਦਾਂ ਦੇ ਨੂੰ। ਆ ਸਿਮ ਹੀ ਨਾ ਮੋਬਾਈਲ ਫੋਨ, ਆਪਾਂ ਸਿਮ ਯੂਜ਼ ਕਰਦੇ ਹਾਂ ਫੋਨ ਦੇ ਅੰਦਰ, ਤਾਂ ਕਹਿੰਦੇ ਸਿਮ ਦਾ ਫੁੱਲ ਫਾਰਮ ਕੀ ਹੈਗਾ, ਦੈਟ ਇਜ਼ ਅ ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ, ਆਪਸ਼ਨ ਬੀ। ਨੈਕਸਟ ਆਂਦਾ ਆਪਣੇ ਐਗਰੀਕਲਚਰ ਦੇ ਕੁਐਸਚਨ। ਕਿਸਾਨ ਮਿੱਤਰਾ ਇਜ਼ ਐਨ EMPLOYE ਆਫ, ਕਿਸ ਦਾ EMPLOYE ਹੈਗਾ, ਇਹ ਹੁੰਦਾ ਹੈਗਾ ਸਟੇਟ ਗਵਰਨਮੈਂਟ ਦਾ EMPLOYE ਹੈਗਾ ਕਿਸਾਨ ਮਿੱਤਰਾ। ग्रीन रेवोल्यूशन हैज बीन मोर सक्सेसफुल फॉर अ wheat, अगर आंसर क्या आएगा wheat आएगा। अगर ऑप्शन ਦੇ ਵਿੱਚ wheat ना ਹੁੰਦਾ ਤਾਂ ਆਪਾਂ ਕੀ ਟਿਕ ਕਰਦੇ ਰਾਈਸ, मतलब सब तो ज्यादा सक्सेसफुल ਹੋਇਆ ਸੀ ਇਹ wheat ਦੇ ਅੰਦਰ, ਫਿਰ ਹੋਇਆ ਸੀਗਾ ਇਹ ਰਾਈਸ ਦੇ ਅੰਦਰ। ਇਹ ਚੀਜ਼ ਦਾ ਧਿਆਨ ਰੱਖਣਾ ਹੈਗਾ। ਹੁਣ ਤਾਂ ਆਪਸ਼ਨ ਹੈਗਾ wheat, ਤਾਂ ਆਂਸਰ ਟਿਕ ਕਰਾਂਗੇ ਆਪਾਂ wheat। ਨੈਕਸਟ ਆਂਦਾਗਾ ਕ੍ਰਿਸ਼ਕ ਭਾਰਤੀ ਮੈਗਜ਼ੀਨ ਇਜ਼ ਪਬਲਿਸ਼ਡ ਬਾਈ, ਇੱਕ ਮੈਗਜ਼ੀਨ ਹੈਗੀ ਮਤਲਬ ਖੇਤੀਬਾੜੀ ਦੇ ਰਿਲੇਟਡ, ਇਹਨੂੰ ਕੌਣ ਰਿਲੀਜ਼ ਕਰਦਾ ਹੈਗਾ, ਇਹਨੂੰ ਰਿਲੀਜ਼ ਕਰਦਾ ਹੈਗਾ CSA ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ ਕਾਨਪੁਰ ਇਹਨੂੰ ਰਿਲੀਜ਼ ਕਰਦੀ ਹੈ। ਇਨ ਇੰਡੀਆ ਜ਼ੀਨ ਬੈਂਕ ਆਫ ਵੀਟ ਇਜ਼ ਲੋਕੇਟਡ ਐਟ, ਕਿੱਥੇ ਲੋਕੇਟਡ ਹੈਗੀ, ਕਣਕ ਦੇ ਲਈ ਇੱਕ ਜ਼ੀਨ ਬੈਂਕ ਹੈਗੀ ਇੰਡੀਆ ਦੇ ਅੰਦਰ, ਇਹ ਹੈਗੀ ਕਰਨਾਲ ਹਰਿਆਣਾ ਦੇ ਅੰਦਰ ਇਹ ਲੋਕੇਟਡ ਹੈਗਾ। ਹੋਲੋ ਹਾਰਟ ਡਿਸੀਜ਼ ਆਫ ਸ਼ੂਗਰ ਬੀਟ ਇਜ਼ ਕੋਜ਼ਡ ਡਿਊ ਟੂ ਹੁੰਦਾ ਹੈਗਾ ਇਹ ਬੋਰੋਨ ਦੀ ਡੈਫੀਸ਼ੀਐਂਸੀ ਕਾਰਨ। ਦੇਖੋ ਹੁਣ ਆਹ ਵਾਲਾ ਚੀਜ਼ ਕੀ ਹੈਗਾ ਆਪਣੇ ਪਾਸ, ਸ਼ੂਗਰ ਬੀਟ ਹੈਗਾ ਇਹ, ਠੀਕ है, ये वाला शुगर बीट हैगा। शुगर बीट इज अ plant whose root contains a high concentration of a sucrose and which is grown commercially for a sugar production। मतलब इस वाले चीज तो अपन की मिलदा हैगा, अपन उगाने क्यों आंगे, खंड प्राप्त करने लिए, चीनी प्राप्त करने लिए उगाया जाता है, क्योंकि बहुत ज्यादा ਇਹਦੇ ਵਿੱਚ ਕੀ ਹੁੰਦਾ ਹੈਗਾ ਸਰਕੋਸ ਪਾਇਆ ਜਾਂਦਾ ਹੈਗਾ। ਹੁਣ ਹਰ ਇੱਕ ਕੋਈ ਫਲ ਹੈ ਸਬਜ਼ੀ ਹੈ ਕੁਛ ਕਈ ਵਾਰ ਉਹਨੂੰ ਕੀ ਬਿਮਾਰੀ ਲੱਗ ਜਾਂਦੀ ਕੋਈ ਨਾ ਕੋਈ, ਤਾਂ ਜਿਹੜੀ ਇਹਨੂੰ ਬਿਮਾਰੀ ਕਿਹੜੀ ਲੱਗੀ ਹੋਈ ਹੈਗੀ ਸ਼ੂਗਰ ਬੀਟ ਹੋਲੋ ਹਾਰਟ ਬਿਮਾਰੀ ਹੈ, ਠੀਕ ਹੈ ਇਹਨੂੰ। ਤਾਂ ਕਹਿੰਦੇ ਕਿਸ ਚੀਜ਼ ਦੀ ਕਮੀ ਕਾਰਨ ਹੁੰਦੀ ਹੈ, ਇਹ ਹੁੰਦਾ ਕਿ ਬੋਰੋਨ ਦੀ ਡੈਫੀਸ਼ੀਐਂਸੀ ਕਾਰਨ, ਬੋਰੋਨ ਦੀ ਕਮੀ ਕਰਕੇ ਇਸ ਨੂੰ ਬਿਮਾਰੀ ਲੱਗ ਜਾਂਦੀ ਹੈਗਾ, ਡਿਸੀਜ਼ ਹੋ ਜਾਂਦਾ ਹੈਗਾ। ਅਗਲਾ ਕੁਐਸਚਨ ਆਂਦਾ ਹੈਗਾ ਆਰਟੀਫੀਸ਼ੀਅਲ ਐਪਲੀਕੇਸ਼ਨ ਆਫ ਵਾਟਰ ਟੂ ਦ ਸੋਇਲ ਫॉर ਪਰਪਸ ਆਫ ਅ ਕ੍ਰੌਪ ਪ੍ਰੋਡਕਸ਼ਨ ਇਜ਼ ਕਾਲਡ, मतलब ਕੋਈ ਫਸਲ ਉਗਾਈ ਹੋਈ ਹੈ ਆਪਾਂ ਉੱਥੇ ਮਿੱਟੀ ਨੂੰ ਪਾਣੀ ਦਿੰਦੇ ਆਂਗੇ, ਠੀਕ ਹੈ, ਤੇ ਜਿਹੜਾ ਪਾਣੀ ਦੇਣ ਦੀ ਤਕਨੀਕ ਹੈ ਉਹਨੂੰ ਕੀ ਬੋਲਦੇ ਆ ਆਪਾਂ, ਉਹਨੂੰ ਕੀ ਬੋਲਿਆ ਜਾਂਦਾ ਹੈ ਇਰੀਗੇਸ਼ਨ, ਦੈਟ ਇਜ਼ ਅ ਸਿੰਚਾਈ ਕਰਨਾ, मतलब ਫਸਲਾਂ ਨੂੰ प्रोडक्ट करने के लिए प्रोडक्शन करने के लिए ਉਹਨੂੰ यूज करते हैं ਆਪਾਂ इरीगेशन। 2013-14 ਦੇ ਅਕੋਰਡਿੰਗ ਕਹਿੰਦੇ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਲਾਰਜੈਸਟ ਵੀਟ ਪ੍ਰੋਡਿਊਸਿੰਗ ਇੰਡੀਅਨ ਸਟੇਟ ਐਸ ਪਰ 2013-14 ਦੇ ਅਕੋਰਡਿੰਗ ਹੈਗਾ ਸੀਗਾ ਯੂਪੀ ਸੀਗਾ, ਜਿਹੜਾ 1 ਨੰਬਰ ਤੇ ਸੀਗਾ ਕਣਕ ਦੀ ਇਹਦੇ ਵਿੱਚੋਂ ਪ੍ਰੋਡਕਸ਼ਨ ਦੇ ਵਿੱਚ ਰਿਕਾਰਡ ਦੇ ਅਕੋਰਡਿੰਗ। ਹੂ ਅਨਾਉਂਸ ਦ ਇੰਟਰੋਡਕਸ਼ਨ ਆਫ ਦ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਨੂੰ ਕਿਹਨੇ ਮਤਲਬ ਇੰਟਰੋਡਿਊਸ ਕੀਤਾ ਸੀਗਾ, ਇਹਨਾਂ ਨੂੰ ਕੀਤਾ ਸੀਗਾ ਪ੍ਰਣਬ ਮੁਖਰਜੀ ਨੇ। ਇਹ ਆਪਣੇ 13ਵੇਂ ਰਾਸ਼ਟਰਪਤੀ ਵੀ ਰਹਿ ਚੁੱਕੇ ਨੇ, ਆਪਣੇ 13th ਹੀ ਸੀ ਆਈ ਥਿੰਕ ਸੋ, ਠੀਕ ਹੈ, ਰਾਸ਼ਟਰਪਤੀ ਵੀ ਰਹਿ ਚੁੱਕੇ ਨੇਗੇ ਤੇ ਇਹਨਾਂ ਦੀ ਡੈਥ ਵੀ ਹੋ ਗਈ ਹੈਗੀ 31 ਅਗਸਤ 2020 ਨੂੰ। ਮੈਨੂੰ ਇਹਦਾ ਸ਼ੋਰ ਨਹੀਂ ਹੈਗਾ ਵੀ ਇਹ 31st ਹੀ ਸੀਗੇ 13ਵੇਂ ਹੀ ਸੀਗੇ, ਕਿਹੜੇ ਸੀਗੇ ਕਲੀਅਰ ਕਰ ਦੇਣਾ ਕਮੈਂਟ ਬਾਕਸ ਦੇ ਅੰਦਰ ਕਿਹੜੇ ਸੀਗੇ, ਠੀਕ ਹੈ। A short duration crop in between two main seasonal crop is termed as, ਉਹਨੂੰ ਕੀ ਬੋਲਿਆ ਜਾਂਦਾ ਹੈਗਾ, ਦੋ ਵੱਡੀਆਂ ਮੇਨ ਫਸਲਾਂ ਦੇ ਵਿਚਾਲੇ ਆਪਾਂ ਨੇ ਕੋਈ ਛੋਟੀ ਫਸਲ ਉਗਾ ਦਿੰਦੇ ਉਹਨੂੰ ਬੋਲਿਆ ਜਾਂਦਾ ਹੈਗਾ ਕੈਸ਼ ਕ੍ਰੌਪ, ਆਪਸ਼ਨ ਡੀ। ਕੈਚ ਕ੍ਰੌਪ, ਕੈਸ਼ ਬੋਲਦਾ ਨਾ, ਕੈਚ ਕ੍ਰੌਪ, ਆਪਸ਼ਨ ਡੀ। ਨੈਕਸਟ ਆਂਦਾ ਹੈਗਾ ਪ੍ਰਭਾਤ ਇਜ਼ ਐਨ अर्ਲੀ ਸ਼ਾਰਟ ਡਿਊਰੇਸ਼ਨ ਵੈਰਾਈਟੀ ਆਫ, ਇਹ ਕਿਸ ਦੀ ਵੈਰਾਈਟੀ ਹੈਗੀ, ਇਹ ਹੈਗੀ ਕਿ ਰੈੱਡ ਗ੍ਰਾਮ ਦੀ ਇੱਕ ਵੈਰਾਈਟੀ ਹੈਗੀ, ਆਪਸ਼ਨ ਏ। ਸੋ ਥੈਂਕ ਯੂ।